ਸਾਡਾ ਇਹ ਦੇਸ਼ ਹੁੰਦਾ ਤੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੀ ਨਾ ਹੁੰਦਾ। ਸਾਡਾ ਇਹ ਦੇਸ਼ ਹੁੰਦਾ ਤੇ ਸਾਡੀਆਂ ਧੀਆਂ ਦੀ ਬੇਪੱਤੀ ਨਾ ਹੁੰਦੀ। ਸਾਡਾ ਇਹ ਦੇਸ਼ ਹੁੰਦਾ ਤੇ ਇਸੇ ਕੰਟਰੀ ਦੇ ਵਿੱਚ ਜਿਹੜੇ ਆਰਮੀ 'ਚ ਮੁੰਡੇ ਨੇ ਉਹ ਛੁੱਟੀ ਆਏ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਸਾੜ ਕੇ ਸਵਾਹ ਕਰ ਦਿੱਤੇ ਜਾਂਦੇ। ਦਿੱਲੀ ਕਦੀ ਵੀ ਨਹੀਂ ਚਾਹੁੰਦੀ ਵੀ ਮੇਰੇ ਤੋਂ ਕੋਈ ਰੁਤਬਾ ਕਿਸੇ ਦਾ ਉੱਚਾ ਹੋਏ। ਅਜੇ ਵੀ ਪਛੜੀਆਂ ਚਰੀਣੀਆਂ ਜਾਤਾਂ ਜੀ, ਸ਼ੂਦਰ ਜੀ, ਫਲਾਣੇ ਜੀ, ਢਮਕਾਣੇ, ਆਹ ਤਾਂ ਉਹਨਾਂ ਦੇ ਹਾਲਾਤ ਨੇ। ਸਿੱਖਾਂ ਨੇ ਭਰੋਸਾ ਕੀਤਾ ਇਹਨਾਂ ਤੇ, ਭਰੋਸਾ ਕਰਕੇ ਇੱਥੇ ਆਏ ਸੀ। ਇਹਨਾਂ ਦੀ ਕਾਣੀ ਅੱਖ ਨਾਲ ਤੋਲਦੇ ਨੇ, ਉੱਤੇ ਭਰੋਸਾ ਕਰਕੇ ਇੱਥੇ ਆਏ ਆ। ਕੀ ਜਨਾਹ ਮਾੜਾ ਸੀ? ਫਿਰ ਸਿੱਖ ਜਨਾਹ ਕੋਲ ਜਾਂਦੇ, ਸਿੱਖ ਪਾਕਿਸਤਾਨ ਨਾਲ ਰਹਿੰਦੇ, ਉਹ ਤਾਂ ਆਰਮੀ ਵੀ ਦਿੰਦੇ ਸੀ, ਬਹੁਤ ਕੁਛ ਸੀ। ਉਹ ਲੰਮੀ ਗੱਲ ਹੋ ਜਾਣੀ ਹੈ। ਫਿਰ ਅਸੀਂ ਇਹਨਾਂ ਦੀਆਂ ਅਦਾਲਤਾਂ, ਇਹਨਾਂ ਦੇ ਸੁਪਰੀਮ ਕੋਰਟਾਂ ਦੇ ਕੀ ਭਰੋਸਾ ਕਰੀਏ? ਤਾਂ ਹੁਣ ਅਸੀਂ ਇੱਥੇ ਰਹਿ ਰਹੇ ਹਾਂ ਤੇ ਇਹਦੇ ਵਿੱਚ ਦੀ ਲੰਘਣਾ ਹੀ ਪੈਣਾ। ਜਦੋਂ ਸਾਡਾ ਰਾਜ ਹੋਊਗਾ ਫਿਰ ਅਸੀਂ ਆਪਣੇ ਹਿਸਾਬ ਨਾਲ ਬੱਤੀਆਂ ਵੀ ਚੇਂਜ ਕਰ ਲਾਂਗੇ, ਅਸੀਂ ਰੂਲ ਵੀ ਚੇਂਜ ਕਰ ਲਾਂਗੇ। ਸਾਕਾ ਇਤਿਹਾਸ ਰਚ ਦਿੱਤਾ। ਬੇਅੰਤ ਤੇ ਪਾਪੀ ਨੂੰ, ਬੁੱਚੜ ਨੂੰ ਜਦੋਂ ਸੋਧਾ ਲਾਇਆ, ਬੰਦੀ ਸਿੰਘ ਜਿਹੜੇ ਨੇ ਉਹ ਕੌਮ ਦਾ ਬੜਾ ਵੱਡਾ ਇਤਿਹਾਸ ਹੈ ਤੇ ਕੌਮ ਉਹਨਾਂ ਬਾਰੇ ਸੋਚੇ ਵੀ ਅਸੀਂ ਆਪਣੇ ਸਿੰਘਾਂ ਨੂੰ ਰਿਹਾ ਕਰਾਉਣਾ। ਆਪਾਂ ਮੋਰਚਾ ਲਾਉਣਾ ਜਾਂ ਲਾਇਆ ਤਾਂ ਫਿਰ ਦੂਜੇ ਬੰਦੇ ਵੀ ਜਿਹੜੇ ਨੇ ਸਟੇਟ ਨੂੰ ਰਿਹਾ ਕਰਨੇ ਚਾਹੀਦੇ ਨੇ। ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਮੋਹਾਲੀ ਚੰਡੀਗੜ੍ਹ ਬਾਰਡਰਾਂ ਦੇ ਉੱਤੇ ਮੋਰਚਾ ਲਗਾਈ ਹੋਏ ਬੈਠੇ ਹਾਂ। ਤਾਂ ਉੱਥੇ ਹੀ 2 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਆ ਅਤੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਈ ਸਾਰੇ ਸਵਾਲ ਖੜੇ ਹੋ ਚੁੱਕੇ ਨੇ ਅਤੇ ਇਸ ਦੇ ਨਾਲ ਪੰਜਾਬ ਦੇ ਵਿੱਚ ਹੋਰ ਵੀ ਮੁੱਦੇ ਚੱਲ ਰਹੇ ਨੇ। ਜਿਵੇਂ ਰਾਮ ਰਹੀਮ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਪੈਰੋਲ ਵੀ ਮਿਲੀ ਆ। ਤਾਂ ਉਹਨਾਂ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬਾਬਾ ਬਖਸ਼ੀਸ਼ ਸਿੰਘ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਫਤਿਹ ਸਾਂਝ ਪਾਉਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ। ਬਾਬਾ ਜੀ, ਬਹੁਤ ਸਾਰੇ ਮੁੱਦੇ ਨੇ। ਵੈਸੇ ਤਾਂ ਪਹਿਲਾ ਮੁੱਦਾ ਚੱਕਦੇ ਹਾਂ, ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਉੱਥੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ। ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਦੇ ਵੱਲੋਂ ਆ ਕੇ ਜਿਹੜਾ ਇੱਕ ਪੱਖ ਰੱਖਿਆ ਜਾਂਦਾ ਮੀਡੀਆ ਸਾਹਮਣੇ, ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਉਹਨੇ। ਉਹ ਕਹਿੰਦੇ ਕਿ ਇਹ ਮੋਰਚਾ ਲਗਾਇਆ ਗਿਆ ਪਰ ਸਾਡੇ ਨਾਲ ਜਾ ਕੇ ਗੱਲਬਾਤ ਨਹੀਂ ਕੀਤੀ ਗਈ ਕਿ ਇਹ ਮੋਰਚਾ ਅਸੀਂ ਲਗਾ ਰਹੇ ਹਾਂ, ਅੰਦਰ ਬੈਠੇ ਹਾਂ ਕਿ ਅਸੀਂ ਕੌਮ ਦੇ ਲਈ ਬੈਠੇ ਹਾਂ ਅੰਦਰ, ਪਰ ਅਸੀਂ ਸ਼ਰਤਾਂ ਦੇ ਉੱਤੇ ਬਾਹਰ ਨਹੀਂ ਆਵਾਂਗੇ ਅਕਸਰ, ਕਿਉਂਕਿ ਸਰਕਾਰ ਕਹਿੰਦੀ ਹੈ ਜੇ ਰਿਹਾ ਕਰਨਾ ਤਾਂ ਅਸੀਂ ਸ਼ਰਤਾਂ ਦੇ ਨਾਲ ਕਰਾਂਗੇ। ਬਿਲਕੁਲ ਜੀ, ਮੈਂ ਤੁਹਾਨੂੰ ਥੋੜ੍ਹਾ ਸਪਸ਼ਟ ਕਰਦਾ। ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਜੀ, ਜਥੇਦਾਰ ਸਰਬੱਤ ਖਾਲਸਾ ਵੱਲੋਂ ਜਿਹੜੇ ਥਾਪੇ ਗਏ ਸੀ ਭਾਈ ਜਗਤਾਰ ਸਿੰਘ ਹਵਾਰਾ ਜੀ, ਭਾਈ ਬਲਵੰਤ ਸਿੰਘ ਜਿਹੜੇ ਰਾਜੋਆਣਾ ਜੀ, ਤੇ ਲਖਵਿੰਦਰ ਸਿੰਘ ਨਾਰੰਗ ਜਿਹਨਾਂ ਨੂੰ ਕਹਿੰਦੇ ਨੇ ਪਟਿਆਲੇ ਤੋਂ ਸੀਗੇ ਜੀ, ਤੇ ਸ਼ਹੀਦ ਭਾਈ ਦਿਲਾਵਰ ਸਿੰਘ ਉਹ ਸ਼ਹੀਦ ਹੋ ਗਏ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ। ਇਸ ਤਰ੍ਹਾਂ ਇਹ ਸਾਰੇ ਜਿਹੜੇ ਸਿੰਘ ਨੇ ਇਹ ਬੇਅੰਤ ਤੇ ਪਾਪੀ ਨੂੰ, ਬੁੱਚੜ ਨੂੰ ਜਦੋਂ ਸੋਧਾ ਲਾਇਆ ਉਹਦੇ ਵਿੱਚ ਇਹ ਸਾਰੇ ਸੀਗੇ। ਤੇ ਇਹ ਫਿਰ ਸਿੰਘਾਂ ਨੇ ਇੱਕ ਬੜਾ ਵੱਡਾ ਸਾਕਾ ਇਤਿਹਾਸ ਰਚ ਦਿੱਤਾ। ਪਹਿਲਾਂ ਤਾਂ ਉਸ ਦੁਸ਼ਟ ਨੂੰ ਸੋਧ ਕੇ ਉਸ ਤੋਂ ਬਾਅਦ ਇੱਕ ਹੋਰ ਇਤਿਹਾਸ ਦਰਜ ਕੀਤਾ ਕਿ ਬੜੈਲ ਜੇਲ੍ਹ ਦੇ ਵਿੱਚੋਂ ਲੰਮੀ ਸੁਰੰਗ ਪੱਟ ਕੇ ਉੱਥੋਂ ਇਹ ਭੱਜ ਗਏ ਸੀਗੇ, ਹਰਨ ਹੋ ਗਏ ਉੱਥੋਂ। ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਤਾਰਾ ਹੋਣੀ ਜਿਹੜੇ ਨੇ ਉਹ ਵਿਦੇਸ਼ ਦੀ ਕਿਸੇ ਧਰਤੀ ਤੋਂ ਅਰੈਸਟ ਹੁੰਦੇ ਨੇ, ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਉਹ ਪੰਜਾਬ 'ਚੋਂ ਅਰੈਸਟ ਹੁੰਦੇ ਨੇ। ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੋਂ ਦੁਬਾਰੇ ਇਹਨਾਂ ਨੂੰ ਪੁਲਿਸ ਫੜ ਲੈਂਦੀ ਆ। ਤੇ ਬੜੇ ਲੰਮੇ ਸਮੇਂ ਤੋਂ ਸਿੱਖ ਕੌਮ ਜਿਹੜੀ ਆ ਉਹ ਗੱਲ ਕਰ ਰਹੀ ਆ। ਇੱਕ ਤਾਂ 2 ਗੱਲਾਂ ਹੋ ਰਹੀਆਂ ਨੇ। ਇੱਕ ਤਾਂ ਮਨੁੱਖੀ ਅਧਿਕਾਰਾਂ ਦੇ ਤਹਿਤ ਕਿ ਸਰਕਾਰ ਜਿਹੜੀ ਆ ਉਹ ਇਸ ਕੰਟਰੀ ਦੇ ਵਿੱਚ 2 ਕਾਨੂੰਨ ਨੇ, ਸਿੱਖਾਂ ਲਈ ਅਲੱਗ ਨੇ ਤੇ ਬਾਕੀ ਲੋਕਾਂ ਲਈ ਅਲੱਗ ਨੇ। ਇਸ ਤਰ੍ਹਾਂ ਹੀ ਸਿੱਖ ਜਿਹੜੇ ਕੈਦੀ ਨੇ ਉਹਨਾਂ ਲਈ ਅਲੱਗ ਨੇ, ਜਿਨ੍ਹਾਂ ਨੇ ਉਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਤੇ ਜਿਹੜੇ ਉਸੇ ਤਰਜ਼ 'ਤੇ ਹੋਰ ਕੌਮਾਂ ਦੇ ਬੰਦੇ ਨੇ, ਚਾਹੇ ਉਹ ਸੰਘਰਸ਼ ਵੀ ਲੜ ਰਹੇ ਨੇ, ਉਸ ਤਰਜ਼ 'ਤੇ ਵੀ ਸਾਡੇ ਨਾਲ ਜਿਹੜਾ ਬਹੁਤ ਵੱਡਾ ਵਿਤਕਰਾ ਕੀਤਾ ਗਿਆ। ਇਹਦੇ ਸੰਬੰਧ ਦੇ ਵਿੱਚ ਚੱਲਦਿਆਂ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਰੀ, ਜਿਹੜੀ ਸਿਮਰਨ ਸਿੰਘ ਵਕੀਲ ਹੋਣਾ ਨੇ ਕੀਤੀ ਆ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੇ ਬਿਹਾਵ ਦੇ ਉੱਤੇ, ਉਹਨਾਂ ਨੇ ਇਹ ਗੱਲ ਇੱਕ ਤਾਂ ਰੱਖਿਆ ਵੀ ਸਾਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਸੀਗਾ ਤੇ ਮਿਲ ਕੇ ਸਾਨੂੰ ਦੱਸ ਦੇ ਵੀ ਇਹਦੀ ਰੂਪ ਰੇਖਾ ਕੀ ਹੋਊਗੀ, ਕਿ ਕੀ ਆਪਾਂ ਉਹਨਾਂ ਕੋਲ ਮੰਗ ਰੱਖਾਂਗੇ, ਕਿਵੇਂ ਸਾਨੂੰ ਉਹ ਰਿਹਾ ਕਰਨਗੇ ਜਾਂ ਕੀ ਗੱਲਾਂ ਬਾਤਾਂ ਹੋਣਗੀਆਂ। ਤਾਂ ਇਹ ਉਹਨਾਂ ਦਾ ਇਤਰਾਜ਼ ਸੀਗਾ। ਜਿਹੜਾ ਮੈਨੂੰ ਲੱਗਦਾ ਵੀ ਇਹਦੇ 2 ਪੱਖ ਨੇ। ਇੱਕ ਤਾਂ ਇਹ ਆ ਵੀ
ਬੰਦੀ ਸਿੰਘ ਜਿਹੜੇ ਨੇ ਉਹ ਕੌਮ ਦਾ ਬੜਾ ਵੱਡਾ ਇਤਿਹਾਸ ਹੈ ਅਤੇ ਕੌਮ ਉਹਨਾਂ ਬਾਰੇ ਸੋਚੇ ਵੀ ਅਸੀਂ ਆਪਣੇ ਸਿੰਘਾਂ ਨੂੰ ਰਿਹਾ ਕਰਾਉਣਾ। ਪਰ ਉਹਨਾਂ ਵੱਲੋਂ ਇਹ ਮਸਲਾ ਚੁੱਕਿਆ ਗਿਆ ਆ ਬਈ ਕਿਉਂਕਿ ਕੌਮ ਕਈ ਵਾਰੀ ਸਮਝਦੀ ਹੈ ਵੀ ਸਾਡੇ ਬੰਦੇ ਨੇ ਅਤੇ ਅਸੀਂ ਉਹਨਾਂ ਨੂੰ ਛਡਾਉਣਾ ਆ, ਅਤੇ ਉਹਨਾਂ ਦੀ ਅੰਦਰ ਬੈਠਿਆਂ ਦੀ ਸਲਾਹ ਭਾਵੇਂ ਨਾ ਵੀ ਲਈ ਜਾਏ ਵੀ ਅਸੀਂ ਤਾਂ ਉਹਨਾਂ ਨੂੰ ਛਡਾਉਣ ਦੀ ਹੀ ਚਾਰਾਜੋਈ ਕਰ ਰਹੇ ਹਾਂ, ਗਲਤ ਤਾਂ ਕਰ ਨਹੀਂ ਰਹੇ। ਪਰ ਕਿਤੇ ਨਾ ਕਿਤੇ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਵੀ ਹਿਸਟਰੀ ਦੇ ਵਿੱਚ ਹਿਸਟਰੀ ਇਹ ਆਪਣੇ ਆਪ ਨੂੰ ਮਾਫ ਇਤਿਹਾਸ ਜਿਹੜਾ ਲਿਖਿਆ ਜਾਊਗਾ ਉਹਦੇ 'ਚ ਲਿਖਿਆ ਜਾਊਗਾ ਵੀ ਚੱਲਦੇ ਸੰਘਰਸ਼ ਦੇ ਵਿੱਚ ਕੁਝ ਬੰਦੇ ਜਿਹੜੇ ਸੀ ਉਹ ਸ਼ਰਤਾਂ ਤਹਿਤ ਜਿਹੜੇ ਨੇ ਉਹ ਬਾਹਰ ਆ ਗਏ। ਹੁਣ ਜਦੋਂ ਉੱਥੋਂ ਆਉਣਗੇ ਬਾਹਰ ਤਾਂ ਕੋਈ ਤਾਂ ਗੱਲ ਉੱਥੇ ਲਿਖੀ ਜਾਊਗੀ ਨਾ ਵੀ ਕਿਉਂ ਅਸੀਂ ਇਹਨਾਂ ਨੂੰ ਛੱਡ ਰਹੇ ਹਾਂ ਜਾਂ ਕਿਉਂ ਬਾਹਰ ਆ ਰਹੇ ਨੇ। ਸੋ ਇਹ ਉਹਨਾਂ ਦਾ ਖਦਸ਼ਾ ਸੀਗਾ। ਦੂਜਾ ਉਹਨਾਂ ਦਾ ਖਦਸ਼ਾ ਸਭ ਤੋਂ ਵੱਡਾ ਇਹ ਸੀ ਵੀ ਜਿਹੜੇ ਇਕਬਾਲ ਸਿੰਘ ਲਾਲਪੁਰਾ ਦੇ ਸੰਪਰਕ 'ਚ ਬੰਦੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਸੈਂਟਰ ਨਾਲ ਮੀਟਿੰਗਾਂ ਕੀਤੀਆਂ ਨੇ, ਜਿਹੜੇ ਬੰਦੇ ਇੱਥੇ ਮੋਦੀ ਨੂੰ ਮਿਲ ਕੇ ਗਏ ਨੇ ਜਾਂ ਉਹਦੀ ਪ੍ਰਸ਼ੰਸਾ ਕੀਤੀ ਆ, ਕਿ ਖਾਲਿਸਤਾਨ ਦਾ ਜਿਹੜਾ ਸੰਘਰਸ਼ ਆ ਉਹ ਆਪਾਂ ਜਿੱਤ ਲਿਆ ਹੈ ਜਾਂ ਇਹ ਕਹਿ ਲਈਏ ਵੀ ਉਹ ਖਤਮ ਹੋ ਗਿਆ ਆ, ਅਤੇ ਤਾਂ ਆਪਾਂ ਹਕੂਮਤ ਨਾਲ ਬਹਿ ਕੇ ਗੱਲਬਾਤ ਕਰੀਏ ਤਾਂ ਸਾਡੇ ਜਿਹੜੇ ਤੁਸੀਂ ਬੰਦੇ ਉਸ ਸੰਘਰਸ਼ ਤਹਿਤ ਫੜੇ ਸੀ, ਜਿਵੇਂ ਇੱਕ ਦੂਜੇ ਨਾਲ ਬਰਾਬਰ ਦੀਆਂ ਧਿਰਾਂ ਜਿਹੜੀਆਂ ਨੇ ਉਹ ਗੱਲਬਾਤ ਕਰਦੀਆਂ ਨੇ ਵੀ ਸਾਡੇ ਇਹ ਜੰਗੀ ਕੈਦੀ ਨੇ, ਛੱਡ ਦਿਓ ਜਾਂ ਸਾਡੇ ਤੋਂ ਇਹ ਲੈ ਲਓ। ਉਸ ਪੱਧਰ ਦੀ ਤਾਂ ਗੱਲ ਨਹੀਂ ਹੈਗੀ, ਕਿਉਂਕਿ ਇਹ ਗੱਲ ਪਹਿਲਾਂ ਜਿਹੜੀ ਉਹਨਾਂ ਨੇ ਇੱਕ ਗੱਲ ਵਿੱਚ ਕੀਤੀ ਆ, ਪਟਿਆਲੇ ਰੁਲਦਾ ਸਿੰਘ ਹੁੰਦਾ ਸੀ RSS ਦਾ। ਗੱਲ ਥੋੜ੍ਹੀ ਲੰਮੀ ਹੋ ਜੂਗੀ ਪਰ ਇਹਦਾ ਵਿਸਥਾਰ ਇਹੀ ਆ। ਰੁਲਦਾ ਸਿੰਘ ਜਿਹੜਾ ਆ ਉਹ ਟਕਸਾਲ ਦੇ ਵਿੱਚ ਪੜ੍ਹਿਆ ਸੀ ਅਤੇ ਉਹਨਾਂ ਨੇ ਇੱਕ ਕਵਾਇਦ ਸ਼ੁਰੂ ਕੀਤੀ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ। ਉਦੋਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਮਨਜਿੰਦਰ ਸਿੰਘ ਈਸੀ, ਭਾਈ ਲਾਲ ਸਿੰਘ ਅਕਾਲਗੜ੍ਹ, ਦਿਲਬਾਗ ਸਿੰਘ ਬਾਘਾ, ਜਸਬੀਰ ਸਿੰਘ ਜੱਸਾ, ਬਾਬਾ ਬਲਵੀਰ ਸਿੰਘ ਭੂਤਨਾ ਅਤੇ ਮੈਂ ਵੀ ਉਸ ਜੇਲ੍ਹ ਦੇ ਵਿੱਚ ਸੀ। ਬਹੁਤ ਹੋਰ ਵੀ ਸਿੰਘ ਸੀ, ਕਈਆਂ ਦਾ ਨਾਂ ਭਾਈ ਗੁਰਸ਼ਰਨ ਸਿੰਘ ਗਾਮਾ, ਤਾਂ ਇਹ ਸਾਰੇ ਸਿੰਘ ਜਿਹੜੇ ਉੱਥੇ ਸੀਗੇ। ਉਦੋਂ ਇਜ਼ਹਾਰ ਆਲਮ ਜਿਹੜਾ ਇਹ ਜੇਲ੍ਹ IG ਸੀਗਾ, ਇਹਨੇ ਆ ਕੇ ਗੱਲ ਕੀਤੀ ਵੀ ਜੇ ਤੁਸੀਂ ਮੁੱਖ ਧਾਰਾ 'ਚ ਸ਼ਾਮਲ ਹੋ, ਗੱਲ ਇੱਥੇ ਫਸਦੀ ਹੈ ਸਾਰੀ, ਵੀ ਜੇ ਤੁਸੀਂ ਮੁੱਖ ਧਾਰਾ ਵਿੱਚ ਆ ਜਾਓ ਅਤੇ ਸਰਕਾਰ ਤੁਹਾਨੂੰ ਛੱਡਣ ਬਾਰੇ ਸੋਚ ਰਹੀ ਆ, ਤਾਂ ਉਹਦੇ ਵਿੱਚ ਜਿਹੜਾ ਸੀ ਸਿੰਘਾਂ ਨੇ ਜਿਹੜਾ 2 ਟੁਕ ਜਵਾਬ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਭਾਈ ਦਲਜੀਤ ਸਿੰਘ ਨਾਲ ਗੱਲ ਕੀਤੀ ਵੀ ਤੁਸੀਂ ਮੁੱਖ ਧਾਰਾ 'ਚ ਆ ਜਾਓ ਅਤੇ ਸਰਕਾਰ ਤੁਹਾਨੂੰ ਛੱਡਣਾ ਚਾਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਵੀ ਅਸੀਂ ਗਲਤ ਧਾਰਾ 'ਚ ਹੈ ਹੀ ਨਹੀਂ, ਅਸੀਂ ਮੁੱਖ ਧਾਰਾ 'ਚ ਹੀ ਹਾਂ ਅਤੇ ਸਾਨੂੰ ਇਸ 'ਤੇ ਮਾਣ ਰਹੂਗਾ, ਸਾਨੂੰ ਇੱਦਾਂ ਦੀ ਰਿਹਾਈ ਨਹੀਂ ਚਾਹੀਦੀ। ਉਹਨਾਂ ਨੇ ਰਿਹਾਈ, ਮੈਨੂੰ ਲੱਗਦਾ ਵੀ ਇਹ ਉਵੇਂ ਦੀ ਹੋਈ ਗੱਲ ਆ ਜਿਹੜੀ ਅੱਜ ਭਾਈ ਤਾਰੇ ਨੇ ਖਦਸ਼ਾ ਜ਼ਾਹਰ ਕੀਤਾ। ਹੋ ਸਕਦਾ ਇਹ ਗੱਲ ਨਾ ਵੀ ਹੋਵੇ, ਪਰ ਉਹਨਾਂ ਨੂੰ ਇਹ ਗੱਲ ਦਾ ਸ਼ੱਕ ਹੈ ਵੀ ਕਿਤੇ ਇੱਦਾਂ ਦਾ ਇਤਿਹਾਸ ਨਾ ਰਚਿਆ ਜਾਏ, ਇੱਦਾਂ ਦੀ ਗੱਲ ਨਾ ਹੋ ਜਾਏ। ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਹੋਣਾ ਨੇ, ਹੁਣ ਸਾਰਿਆਂ ਸਿੰਘਾਂ ਦੀ ਆਪਣੀ ਆਪਣੀ ਸਟ੍ਰੈਟਜੀ ਆ। ਕੋਈ ਸਿੰਘ ਅਪੀਲ ਲਾ ਕੇ ਬਾਹਰ ਵੀ ਆਉਂਦੇ ਨੇ, ਕੁਝ ਸਿੰਘ ਇਕਬਾਲ ਕਰ ਲੈਂਦੇ ਨੇ, ਅਲੱਗ-ਅਲੱਗ ਸਟ੍ਰੈਟਜੀ ਆ। ਕੇਸ ਦਾ ਨੇਚਰ ਵੀ ਹੁੰਦਾ। ਹੁਣ ਇੰਦਰਾ ਗਾਂਧੀ ਵਾਲਾ ਕੇਸ ਜਾਂ ਵੈਦੇ ਵਾਲਾ ਕੇਸ ਜਾਂ ਬੇਅੰਤ ਤੇ ਮੁੱਖ ਮੰਤਰੀ ਵਾਲਾ ਜਿਹੜਾ ਕੇਸ ਸੀ, ਇਹ ਕੇਸਾਂ ਨੇ ਹਿਸਟਰੀ ਜਿਹੜੀ ਆ ਉਹ ਦੁਹਰਾਈ ਆ। ਹੁਣ ਇਹੋ ਜਿਹੀ ਹਿਸਟਰੀ ਦੇ ਵਿੱਚ ਕਿਤੇ ਵੀ ਤੁਸੀਂ ਮਾੜੀ ਜਿਹੀ ਵੀ ਢਿੱਲ ਦੇ ਦਿਓ ਤਾਂ ਹਿਸਟਰੀ ਦੇ ਵਿੱਚ ਬਹੁਤ ਗੜਬੜ ਹੋ ਜੂਗੀ। ਤਾਂ ਸੋ ਇਸ ਕਰਕੇ ਉਹਨਾਂ ਨੇ, ਜਿੱਦਾਂ ਭਾਈ ਬਲਵੰਤ ਸਿੰਘ ਨੇ ਕਿਹਾ ਕਿ ਮੈਨੂੰ ਫਾਂਸੀ ਦਿਓ, ਮੈਂ ਨਹੀਂ ਜਾਣਾ ਬਾਹਰ, ਤਾਂ ਉਸੇ ਤਰਜ਼ 'ਤੇ ਭਾਈ ਤਾਰਾ ਨੇ ਵੀ ਹਾਈ ਕੋਰਟ ਦੇ ਵਿੱਚ ਲਿਖਤੀ ਬਿਆਨ ਜੱਜ ਨੂੰ ਦਿੱਤਾ ਹੋਇਆ ਕਿ ਸਾਨੂੰ ਅਸੀਂ ਕੋਈ ਕੇਸ ਨਹੀਂ ਲਾਉਣਾ, ਕੋਈ ਅਸੀਂ ਐਕਸੈਪਟ ਕਰਦੇ ਹਾਂ ਕਿ ਅਸੀਂ ਉਹਨੂੰ ਮਾਰਿਆ ਅਤੇ ਇੰਨਾਂ ਗੱਲਾਂ ਕਰਕੇ ਮਾਰਿਆ। ਉਹਨਾਂ ਨੇ ਚਿੱਠੀ ਲਿਖੀ ਸੀ ਜੱਜ ਨੂੰ ਅਤੇ ਉਹਨਾਂ ਨੇ ਅਪੀਲ ਵੀ ਲਾਉਣ ਤੋਂ ਨਾ ਕਰਤੀ ਕਿ ਮੈਂ ਕੋਈ ਅਪੀਲ ਨਹੀਂ ਲਾਉਣੀ। ਸੋ ਉਹਨਾਂ ਬੰਦਿਆਂ ਦਾ ਖਦਸ਼ਾ ਜ਼ਾਹਰ ਕਰਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਮੇਰੀ ਸਮਝ ਆ ਵੀ ਭਾਈ ਜਗਤਾਰ ਸਿੰਘ ਤਾਰੇ ਹੋਣਾ ਨੇ ਇੱਕ ਸਿਧਾਂਤਕ ਅਤੇ ਬਹੁਤ ਵੱਡੇ ਇੱਕ ਜਰਨੈਲ ਦਾ ਸਬੂਤ ਦਿੱਤਾ। ਬੜੀ ਵੱਡੀ ਉਹਨਾਂ ਨੇ ਗੱਲ ਰੱਖੀ। ਉਹਨਾਂ ਨੇ ਮੋਰਚੇ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਈਵਨ ਉਹਨਾਂ ਨੇ ਇਹ ਵੀ ਕਿਹਾ ਵੀ ਮੋਰਚਾ ਬਹੁਤ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਆ, ਪਰ ਉਹਨਾਂ ਨੇ ਖਦਸ਼ਾ ਜ਼ਾਹਰ ਇਹ ਕੀਤਾ ਆ। ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਜੇ ਸਟੇਟ ਫਿਰ ਛੱਡੇਗੀ ਤਾਂ ਫਿਰ 8-9 ਬੰਦਿਆਂ ਨੂੰ ਕਿਉਂ ਛੱਡੇ, ਫਿਰ ਸਟੇਟ ਸਾਰਿਆਂ ਨੂੰ ਛੱਡੇ। ਇਹ ਗੱਲ ਉਹਨਾਂ ਨੇ ਸਾਰੀ ਕੀਤੀ ਹੈ। ਤਾਂ ਉਹਦੇ ਵਿੱਚ ਸਵਾਲ ਜਿਹੜਾ ਆ ਆਉਂਦਾ ਆ ਵੀ ਬਾਕੀ ਜਿਹੜੇ ਬੰਦੇ ਹੋਰ ਨੇ, ਕਿਸੇ ਦੀ ਸਜ਼ਾ ਪੂਰੀ ਹੋਣ ਵਾਲੀ ਰਹਿੰਦੀ ਆ, ਕਿਸੇ ਦੇ ਸਮਾਂ ਘੱਟ ਹੋਇਆ ਆ, ਇਹ ਇੱਕ ਸਵਾਲ ਆ ਰਿਹਾ ਵਾਰ-ਵਾਰ। ਪਰ ਇਹਦੇ ਮੈਂ ਜਵਾਬ ਦੇ ਵਿੱਚ ਆਪ ਜੀ ਦੇ ਚੈਨਲ ਰਾਹੀਂ ਮੈਂ ਕੁਝ ਦੱਸਣਾ ਚਾਹਾਂਗਾ ਕਿ ਜਿਵੇਂ ਹੁਣ ਭਾਈ ਜੱਗੀ ਜੌਲ ਹੋਣੀ ਨੇ, ਭਾਈ ਬੱਗਾ ਜੀ ਨੇ, ਭਾਈ ਸ਼ੇਰਾ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਾਲੇ ਦੋਸ਼ੀ ਬਿੱਟੂ ਨੂੰ ਅੰਦਰ ਸੋਧਾ ਲਾਇਆ, ਉਹ ਨੇ,
ਨਿਹੰਗ ਸਿੰਘਾਂ ਨੇ ਦਿੱਲੀ ਦੇ ਵਿੱਚ ਇੱਕ ਦੁਸ਼ਟ ਨੂੰ ਸੋਧਾ ਲਾਇਆ। ਇਸ ਤਰ੍ਹਾਂ ਕਰਕੇ ਬਹੁਤ ਸਿੰਘ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ। ਇਕੱਲਾ ਇਹ ਨਹੀਂ, ਕਿਉਂਕਿ ਤਾਂ ਹੀ ਉਹ ਕਹਿੰਦੇ ਨੇ ਵੀ ਸੰਘਰਸ਼ ਖਤਮ ਨਹੀਂ ਹੋਇਆ। ਸਾਡੇ ਨਾਲ ਸਾਰਾ ਕੁਝ ਗਿਣੀ ਮਿਥੀ ਸਾਜ਼ ਤੱਤ ਹੋ ਰਿਹਾ ਤੇ ਹੁਣ ਰਿਹਾ ਹੋ ਗਏ ਨੇ। ਜਿਵੇਂ ਪਿੱਛੇ ਜੇ ਜਗਮੀਤ ਸਿੰਘ, ਉਹਦੀ ਮਾਤਾ, ਇਹ ਵੀ ਸਾਰੇ। ਤੇ ਹੁਣ ਜਿਵੇਂ ਮੰਨ ਲਓ ਸੂਰੀ ਵਾਲੇ ਵੀ ਕੇਸ, ਇਹ ਕੋਈ ਨਿੱਜੀ ਕੇਸ ਨਹੀਂ ਹੈਗੇ, ਇਹ ਉਸ ਸੰਘਰਸ਼ ਦੀ ਲੜੀ ਦੇ ਕੇਸ ਨੇ। ਉਹਨੇ ਇਹੀ ਕਿਹਾ ਸੀ ਵੀ ਖਾਲਿਸਤਾਨੀਆਂ ਦੀਆਂ ਅਸੀਂ ਕੁੜੀਆਂ ਲੈ ਜਾਾਂਗੇ, ਅਸੀਂ ਇੰਜ ਕਰਾਂਗੇ, ਜਾਂ ਇੱਦਾਂ ਦੀ ਭਾਸ਼ਾ ਵਰਤਣ ਤੋਂ ਬਾਅਦ ਹੀ ਉਸ ਬੰਦੇ ਨੂੰ ਕਤਲ ਕੀਤਾ ਗਿਆ ਹੈ ਜਾਂ ਉਹਨੂੰ ਸੋਧਾ ਲਾਇਆ ਗਿਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ, ਜੇ ਕੋਈ ਇਹ ਕਹੇ ਵੀ ਉਹਨਾਂ ਨੂੰ ਸਮਾਂ ਘੱਟ ਹੋਇਆ, ਤੇ ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਸਟੇਟ ਦੇ ਜਿਹੜੇ ਬੰਦੇ ਨੇ, ਦੋਵਾਂ ਪਾਸੇ ਲੜਾਈ ਚੱਲ ਰਹੀ। ਇੱਕ ਪਾਸੇ ਸਟੇਟ ਦੀ ਪੁਲਿਸ ਸੀਗੀ, ਇੱਕ ਪਾਸੇ ਖਾੜਕੂ ਸਿੰਘ ਸੀਗੀ। ਹੁਣ ਖਾੜਕੂ ਸਿੰਘਾਂ ਦੇ ਉੱਤੇ ਜਿਹੜੇ ਕੇਸ ਨੇ, ਉਹਨਾਂ ਨੂੰ 25-25 30-30 ਸਾਲ ਜਾਂ 32-32 ਸਾਲ ਹੋ ਗਏ, ਉਹਨਾਂ ਨੂੰ ਸਟੇਟ ਰਿਹਾ ਨਹੀਂ ਕਰ ਰਹੀ। ਇੱਕ ਗੱਲ ਹੈਗੀ ਆ ਮਨੁੱਖੀ ਅਧਿਕਾਰਾਂ ਦੀ, ਤਾਂ ਦੂਜੀ ਹੈਗੀ ਹੈ ਵਿਤਕਰੇ ਦੀ। ਉਧਰ ਉਸ ਮਤਲਬ ਜਿਹੜੇ ਬੰਦਿਆਂ ਨੇ ਸਾਡੇ ਛੋਟੇ ਛੋਟੇ ਬੱਚੇ ਵੀ ਕਤਲ ਕਰਤੇ ਜਾਂ ਸਾਡੀਆਂ ਬੀਬੀਆਂ ਤੱਕ ਕਤਲ ਕਰ ਦਿੱਤੇ ਗਏ, ਉਹਨਾਂ ਲੋਕਾਂ ਨਾਲ ਮੇਰੇ ਹੱਥ ਦੇ ਵਿੱਚ ਸਟੇਟਮੈਂਟ ਆ ਜਿਹਦੇ ਉੱਤੇ ਬਕਾਇਦਾ ਲਿਖਿਆ ਵੀ ਕਦੋਂ, ਕਿਵੇਂ, ਕਿਹੜੇ ਬੰਦੇ ਨੂੰ ਕਿੰਨੇ ਚਿਰ ਬਾਅਦ ਰਿਹਾ ਕੀਤਾ। ਜਿਵੇਂ SSP ਪ੍ਰੀਤਪਾਲ ਸਿੰਘ ਜਿਹੜੇ ਵਿਰਕ ਸੀਗੇ, ਉਹਨਾਂ ਨੂੰ ਬਹੁਤ ਛੇਤੀ 10 ਸਾਲ ਦੀ ਉਹਨਾਂ ਨੂੰ ਸਖਤ ਸਜ਼ਾ ਹੋਈ ਸੀ। ਉਹਨਾਂ ਨੂੰ ਵੀ ਸਪੈਸ਼ਲ ਗ੍ਰਹਿ ਵਿਭਾਗ ਨੇ ਮਾਫੀ ਦੇ ਕੇ, ਤੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ 5-4 ਬੰਦੇ ਸੀਗੇ, ਮੈਂ ਹੁਣ ਲੰਮੀ ਗੱਲ ਹੋ ਜੂ, ਜਿੱਦਾਂ ਰਵਿੰਦਰ ਕੁਮਾਰ, ਬ੍ਰਿਜਲਾਲ ਵਰਮਾ, ਓਂਕਾਰ, ਹਰਵਿੰਦਰ ਸਿੰਘ, ਇਸ ਤਰ੍ਹਾਂ ਜਿਹੜੇ ਉਹ ਨਾਂ ਸੀਗੇ। ਪਰ ਮੇਨ ਜਿਹੜਾ ਪ੍ਰੀਤਪਾਲ ਵਿਰਕ ਸੀਗਾ, ਹੁਣ ਇਹਨਾਂ ਨੂੰ ਜ਼ਮਾਨਤ ਪਹਿਲਾਂ ਦਿੱਤੀ, ਰਿਹਾਈ ਦੇ ਕੇ ਉਸ ਤੋਂ ਬਾਅਦ ਇਹਨਾਂ ਨੂੰ SSP ਵੀ ਲਾਇਆ ਗਿਆ ਸਜ਼ਾ ਦੇ ਚੱਲਦਿਆਂ। ਉਸ ਤੋਂ ਬਾਅਦ ਬਹੁਤਾ ਜਿਹੜੇ ਓਂਕਾਰ ਸਿੰਘ ਪੁੱਤਰ ਮਾਧੋ ਸਿੰਘ, ਇਹਨਾਂ ਨੂੰ ਸਜ਼ਾ ਹੁੰਦੀ ਆ ਜਿਹੜੀ ਉਮਰ ਕੈਦ, ਤੇ 20,000 ਰੁਪਇਆ ਜੁਰਮਾਨਾ ਵੀ ਹੁੰਦਾ ਹੈ। ਜੁਰਮਾਨਾ ਭਰਨ ਦੀ ਸੂਰਤ ਦੇ ਵਿੱਚ 6 ਮਹੀਨੇ ਹੋਰ ਕੈਦ ਵੀ ਜਿਹੜੀ ਕੋਰਟ ਕਰਦੀ ਆ। ਪਰ ਇਹਨਾਂ ਬੰਦਿਆਂ ਨੂੰ 2 ਸਾਲ 4 ਮਹੀਨੇ 6 ਦਿਨ ਕੁੱਲ ਸਜ਼ਾ ਕਟਾ ਕੇ ਤਾਂ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਹੁਣ ਤੁਸੀਂ ਦੇਖੋ ਇਹ ਕਿੱਡੀ ਗੱਲ ਆ। ਤਾਂ ਇਹਨਾਂ ਬੰਦਿਆਂ ਨੇ ਸਾਡੇ ਜਿਹੜੇ ਸਿੰਘ ਸੀਗੇ, ਉਹਨਾਂ ਨੂੰ ਜਿੱਦਾਂ ਪਾਰਡਨ ਦਿੱਤੀ, ਮਤਲਬ ਕਿ ਸਪੈਸ਼ਲ ਮਾਫੀ ਦੇ ਦਿੱਤੀ ਉਹਨਾਂ ਨੂੰ, ਹੈ ਨਾ। ਅਤੇ ਇਹ ਸਾਰਾ ਉਤਾਰਾ ਹੇਠਲੀ ਸੂਚਨਾ ਦੇ ਲੋੜੀਂਦੀ ਕਾਰਵਾਈ 'ਤੇ ਭੇਜਿਆ ਜਾਂਦਾ ਹੈ DGP ਪੁਲਿਸ ਪੰਜਾਬ, ਵਧੀਕ ਜੇਲ੍ਹਾਂ ਪੰਜਾਬ ਅਤੇ ਜੋ ਵੀ ਇਹਨਾਂ ਦਾ ਮੈਜਿਸਟਰੇਟ, ਹੈ ਨਾ। ਉਹਨਾਂ ਨੇ ਇਹ ਬੰਦੇ ਸਾਰੇ ਮੇਰੇ ਕੋਲ, ਇਹ ਮੈਂ ਤੁਹਾਡੇ ਚੈਨਲ ਨੂੰ ਵੀ ਦੇਵਾਂਗਾ, ਤਾਂ ਹੋਰ ਵੀ ਜਿੱਥੇ ਕਿਤੇ ਲੋੜ ਹੋਈ, ਇਹ ਮੈਂ ਵਕੀਲ ਜਿਹੜੇ ਨੇ ਸਾਡੇ, ਉਹਨਾਂ ਤੋਂ ਮੈਂ ਪ੍ਰਾਪਤ ਕੀਤੀ ਆ। ਤਾਂ ਇਸੇ ਤਰ੍ਹਾਂ ਹੀ ਇਹ ਰਵਿੰਦਰ ਕੁਮਾਰ ਪੁੱਤਰ ਮੋਰ ਧਵਜ, ਕੇਂਦਰੀ ਜੇਲ੍ਹ ਪਟਿਆਲਾ, ਇਹਨਾਂ ਨੂੰ ਵੀ ਸਪੈਸ਼ਲ ਜਿਹੜੀ ਆ ਦੇ ਕੇ ਤਾਂ ਇਹਨਾਂ ਨੂੰ ਵੀ 2 ਸਾਲ 5 ਮਹੀਨੇ ਕੁੱਲ ਸਜ਼ਾ ਕਟਵਾ ਕੇ, ਤੇ ਇਹਨਾਂ ਨੂੰ ਕਿਸੇ ਨੂੰ 10 ਸਾਲ, ਕਿਸੇ ਨੂੰ ਉਮਰ ਕੈਦ, ਇਹਨਾਂ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ। ਹੁਣ ਇਸੇ ਤਰ੍ਹਾਂ ਹੀ ਜਿਵੇਂ ਹੁਣ ਮੰਨ ਲਓ ਵੀ ਜੱਗੀ ਜੌਲ ਹੋਣੀ ਨੇ ਜਾਂ ਸਾਡੇ ਦੂਜੇ ਬੰਦੇ ਨੇ, ਜੇ ਆਪਾਂ ਮੋਰਚਾ ਲਾਉਣਾ ਜਾਂ ਲਾਇਆ, ਤਾਂ ਫਿਰ ਦੂਜੇ ਬੰਦੇ ਵੀ ਜਿਹੜੇ ਨੇ ਸਟੇਟ ਨੂੰ ਰਿਹਾ ਕਰਨੇ ਚਾਹੀਦੇ ਨੇ। ਕਿਉਂਕਿ ਇਹ ਆ ਵੀ ਜਿਹੜੇ ਹੁਣ ਜੱਗੀ ਜੌਲ ਹੋਣੇ ਨੇ, ਅਸੀਂ ਥੋੜ੍ਹੇ ਚਿਰ ਬਾਅਦ ਫਿਰ ਉਹਨਾਂ ਦਾ ਮੋਰਚਾ ਲਾਵਾਂਗੇ। ਉਹਨਾਂ ਇਹ ਗੱਲ ਭਾਈ ਤਾਰੇ ਹੋਣਾ ਨੇ ਜਿਹੜਾ ਖਦਸ਼ਾ ਜ਼ਾਹਰ ਕੀਤਾ ਹੈ ਬਈ ਇਸ ਮੋਰਚੇ ਦੀ ਜਿਹੜੀ ਇਹ ਮੋਰਚਾ ਜਿਹੜਾ ਆ, ਇਹ ਕਿਸੇ ਵਲਗਣਾ 'ਚ ਨਹੀਂ ਹੈਗਾ, ਇਹਦੀਆਂ ਬਹੁਤ ਹੱਦਾਂ ਬਣੇ ਟੱਪ ਜਿਹੇ ਪੂਰੇ। ਜਦੋਂ ਭਾਈ ਜਗਤਾਰ ਸਿੰਘ ਹਵਾਰੇ ਹੋਣਾ ਨੂੰ ਸਰਬੱਤ ਖਾਲਸਾ ਵੱਲੋਂ ਥਾਪਿਆ ਗਿਆ ਸੀ, ਤਾਂ ਉਦੋਂ ਪੂਰੀ ਕੌਮ ਨੇ ਉੱਥੇ ਸਮਰਥਨ ਦਿੱਤਾ ਸੀ, ਲੱਖਾਂ ਦਾ ਇਕੱਠ ਸੀਗਾ। ਤੇ ਜਿਹੜੀ ਉਹ ਕੌਮ ਆ ਪੂਰੀ, ਉਹ ਪੂਰੀ ਕੌਮ ਦੇ ਉਹਨਾਂ ਨੇ ਕਿਹਾ ਵੀ ਨੁਮਾਇੰਦੇ ਇੱਥੇ ਹੋਣੇ ਚਾਹੀਦੇ ਨੇ, ਤੇ ਹਰ ਗੱਲ 'ਚ ਪਾਰਦਰਸ਼ਤਾ ਹੋਣੀ ਚਾਹੀਦੀ ਵੀ ਸਟੇਟ ਨਾਲ ਗੱਲ ਕੀ ਹੋ ਰਹੀ ਹੈ, ਸਟੇਟ ਕੀ ਕਹਿੰਦੀ ਹੈ, ਤੇ ਅਸੀਂ ਕੀ ਕਿਹਾ ਆ। ਉਹਨਾਂ ਨੇ ਇੱਕ ਸਵਾਲ ਇਹ ਵੀ ਚੱਕਿਆ ਨਾ, ਉਹ ਕਹਿੰਦੇ ਜਥੇਬੰਦੀਆਂ ਦੇ ਹੱਥ ਦੇ ਵਿੱਚ ਮੋਰਚਾ ਨਹੀਂ ਹੋਣਾ ਚਾਹੀਦਾ, ਕੋਈ ਵਰਲਡ ਲੈਵਲ ਦੇ ਉੱਤੇ ਕਮੇਟੀ ਬਣਾਓ ਜਿਹਦੇ ਵਿੱਚ ਰਾਜਨੀਤਿਕ ਸੂਝ-ਬੂਝ ਦੇ ਬੰਦੇ ਵੀ ਹੋਣੇ ਚਾਹੀਦੇ, ਜਥੇਬੰਦੀਆਂ ਬੰਦੇ ਵੀ ਹੋਣੇ ਚਾਹੀਦੇ, ਪੰਥ ਦੇ ਦਰਦੀ ਕੋਈ ਪੱਤਰਕਾਰ ਨੇ ਉਹ ਵੀ ਹੋਣੇ ਚਾਹੀਦੇ ਨੇ, ਹਰ ਵਰਗ ਦਾ ਉਹਦੇ 'ਚ ਬੰਦਾ ਲਓ, ਤੇ ਉਹ ਕਮੇਟੀ ਹੀ ਫੈਸਲਾ ਲਵੇ ਕਿ ਮੋਰਚੇ ਨੂੰ ਚਲਾਉਣਾ ਕਿਵੇਂ ਆ, ਸਰਕਾਰ ਦੇ ਨਾਲ ਗੱਲਬਾਤ ਕੀ ਕਰਨੀ ਆ ਟੇਬਲ ਤੇ ਬੈਠ ਕੇ, ਤੇ ਕੀ ਗੱਲਬਾਤ ਹੋ ਰਹੀ ਆ ਉਹ ਦੱਸੀ ਜਾਵੇ, ਸੰਗਤ ਨੂੰ, ਕੌਮ ਨੂੰ ਦੱਸੀ ਜਾਵੇ, ਪਾਰਦਰਸ਼ਤਾ ਹੋਏ। ਇਹੀ ਆਪਾਂ ਗੱਲ, ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿਸੇ ਜਥੇਬੰਦੀ ਦਾ, ਉਹਨਾਂ ਨੇ ਕਿਹਾ ਵੀ ਕਿਸੇ ਇੱਕ ਜਥੇਬੰਦੀ ਦਾ ਨਾ ਹੋਵੇ। ਮਤਲਬ ਸਾਰੀ ਇਹ ਜਦੋਂ ਕੌਮੀ ਮੋਰਚਾ, ਤੇ ਹਰ ਬੰਦੇ ਨੂੰ ਇਹ ਲੱਗੇ ਵੀ ਇਹ ਮੋਰਚਾ ਮੇਰਾ ਆ, ਇਸ ਤਰ੍ਹਾਂ ਉਹਨਾਂ ਨੇ ਜਿਹੜਾ ਕੀਤਾ ਆ। ਉਹਦੇ ਉੱਤੇ ਹੁਣ ਜਿਹੜਾ ਮੋਰਚੇ ਦੇ ਜਿਹੜੇ ਆਗੂ ਨੇ, ਧਰਮਪਿਤਾ ਬਾਪੂ ਗੁਰਚਰਨ ਸਿੰਘ ਹੋਣੀ ਨੇ, ਭਾਈ ਬਾਲ ਸਿੰਘ ਫਰਾਂਸ ਹੋਣੀ ਨੇ, ਜਾਂ ਹੋਰ ਵੀ ਜਿਹੜੇ ਕੋਈ ਸਿੰਘ ਨੇ ਉੱਥੇ, ਤਾਂ ਉਹਨਾਂ ਸਾਰਿਆਂ ਨੂੰ ਹੁਣ ਇਸ ਗੱਲ ਦਾ ਜਿਹੜਾ ਉਹਨਾਂ ਦੀ ਗੱਲ ਆ, ਉਹਦਾ ਸਹੀ ਮੇਰੇ ਖਿਆਲ 'ਚ ਉਹਨਾਂ ਨੂੰ ਮਿਲਣਾ ਵੀ ਚਾਹੀਦਾ, ਭਾਈ ਤਾਰੇ ਨੂੰ ਮਿਲ ਕੇ ਉਹਨਾਂ ਨਾਲ ਗੱਲ ਕਰਕੇ ਅਗਲੀ ਵਿਉਂਤਬੰਦੀ। ਕਿਉਂਕਿ ਜਿਹੜੇ ਉਹਨਾਂ ਨੇ ਖਦਸ਼ੇ ਜ਼ਾਹਰ ਇਸ ਕਰਕੇ ਕੀਤੇ ਨੇ ਕਿ ਕੌਮ ਵਿੱਚ ਪਹਿਲਾਂ ਜਿਹੜੇ ਮੋਰਚੇ ਲੱਗੇ ਨੇ, ਉਹਨਾਂ ਮੋਰਚਿਆਂ ਦਾ ਹਸ਼ਰ ਬਹੁਤ ਮਾੜਾ ਹੋਇਆ,
ਤੇ ਇਸ ਗੱਲ ਦਾ ਉਹਨਾਂ ਨੂੰ ਖਦਸ਼ ਹੈ ਵੀ ਇੰਨੀ ਵੱਡੀ એનર્ਜੀ ਵੀ ਤੇ ਨੌਜਵਾਨਾਂ ਦੀ ਜਿਹੜੀ એનર્ਜੀ ਹੈ ਜਾਂ ਨੌਜਵਾਨਾਂ ਦਾ ਉਤਸ਼ਾਹ ਹੈ ਜਾਂ ਇੰਨਾ ਕੌਮ ਦਾ ਪੈਸਾ ਵੀ ਲੱਗਣਾ ਆ, ਕੌਮ ਦੀ એનર્ਜੀ ਲੱਗਣੀ ਹੈ, ਸਮਾਂ ਵੀ ਬਰਬਾਦ ਹੋਣਾ ਤੇ ਕੱਲ੍ਹ ਨੂੰ ਇਹ 'ਚੋਂ ਕੁਛ ਨਿਕਲੇ ਨਾ, ਇਹਦੀ ਕੋਈ ਪਾਰਦਰਸ਼ਤਾ ਨਾ ਹੋਏ, ਇਸ ਗੱਲ ਦਾ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਜੀ। ਹੋਰ ਬਹੁਤ ਸਾਰੇ ਅਜਿਹੇ ਚਿਹਰੇ ਨੇ ਜਿਹੜੇ ਇਕਬਾਲ ਸਿੰਘ ਲਾਲਪੁਰਾ ਜੇਕਰ ਗੱਲ ਕਰੀਏ ਉਹਨਾਂ ਨੇ ਬਕਾਇਦਾ ਨਾਮ ਵੀ ਲਏ ਨੇ ਕਿ ਇਹਨਾਂ ਬੰਦਿਆਂ ਨੂੰ ਮੋਰਚੇ ਤੋਂ ਦੂਰ ਰੱਖਿਆ ਜਾਵੇ, ਜਿਹੜੇ ਬੀਜੇਪੀ ਨੂੰ ਸਰੈਂਡਰ ਹੋ ਚੁੱਕੇ ਨੇ, ਕੇਂਦਰ ਸਰਕਾਰ ਨੂੰ ਸਰੈਂਡਰ ਹੋ ਚੁੱਕੇ ਨੇ, ਜਾ ਕੇ ਰਲ ਚੁੱਕੇ ਨੇ, ਇਹਨਾਂ ਨੂੰ ਮੋਰਚੇ 'ਚ ਨਾ ਆਉਣ ਦਿੱਤਾ ਜਾਵੇ, ਦੂਰ ਰੱਖਿਆ ਜਾਵੇ, ਕਿਉਂਕਿ ਮੋਰਚੇ ਦੇ ਲਈ ਨੁਕਸਾਨਦਾਇਕ ਹੋ ਸਕਦੇ ਨੇ। ਬਿਲਕੁਲ, ਮੈਂ ਇੱਥੇ ਇਹ ਵੀ ਕਹਾਂਗਾ ਕਿ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਬੰਦੇ ਸਰਕਾਰ ਨੂੰ ਕਦੀ ਮਿਲ ਕੇ ਆਏ ਨੇ ਜਾਂ ਮਿਲਦੇ ਰਹੇ ਨੇ ਵੀ ਉਹ ਸਾਰੇ ਬੰਦੇ ਗਲਤੀ ਨੇ, ਇਹ ਵੀ ਨਹੀਂ ਆਪਾਂ ਗੱਲ ਕਹਿ ਸਕਦੇ। ਪਰ ਫਿਰ ਵੀ ਮਤਲਬ ਉਹਨਾਂ ਦਾ ਕਹਿਣਾ ਇਹ ਆ ਵੀ ਉਹ ਬੰਦੇ ਹੀ ਮੋਰਚੇ ਦੇ ਅੱਗੇ ਲਾਏ ਜਾਣ ਜਿਨ੍ਹਾਂ ਦਾ ਸਰਕਾਰ ਨਾਲ ਕਦੀ ਕੋਈ ਇੱਦਾਂ ਦਾ ਰਿਸ਼ਤਾ ਨਾ ਰਿਹਾ ਹੋਏ ਅਤੇ ਕੁਛ ਇੱਦਾਂ ਦੀ ਉਹਨਾਂ ਨੇ ਉਹ ਤਾਲਮੇਲ ਨਾ ਰਿਹਾ ਹੋਏ, ਜਿਹੜੇ ਸਰਕਾਰ ਪੱਖੀ ਵੀ ਹੋਣ, ਸਟੇਟ ਪੱਖੀ ਵੀ ਹੋਣ, ਵੀ ਉਹ ਬੰਦੇ ਫਿਰ ਸਟੈਂਡ ਨਾਲ ਗੱਲ ਨਹੀਂ ਕਰ ਸਕਣਗੇ। ਜਿਵੇਂ ਉਹਨਾਂ ਨੇ ਕਿਹਾ ਕਿ ਕੌਮ ਦੇ ਵਿੱਚ ਵੱਡੇ ਸਾਡੇ ਕੋਲ ਬੰਦੇ ਹੈਗੇ ਨੇ, ਡਿਪਲੋਮੈਟ ਹੈਗੇ ਨੇ, ਜਿਹੜੇ ਬੰਦੇ ਗੱਲ ਕਰ ਸਕਦੇ ਹੋਣ, ਉਸ ਲੈਵਲ ਦੀ ਗੱਲ ਕਰ ਸਕਦੇ ਹੋਣ, ਵੀ ਉਹ ਬੰਦੇ ਚਾਹੀਦੇ ਨੇ। ਉਹਨਾਂ ਨੇ ਮਤਲਬ ਕਿ ਕੁਛ ਬੰਦਿਆਂ ਨੂੰ ਤਾਂ ਬਹੁਤ ਉਹਨਾਂ ਨੇ ਇੱਦਾਂ ਦੀ ਭਾਸ਼ਾ ਵਰਤੀ ਜਿਹੜੀ ਆਪਾਂ ਵਰਤ ਵੀ ਨਹੀਂ ਸਕਦੇ, ਉਹ ਵਰਤ ਸਕਦੇ ਨੇ ਕਿਉਂਕਿ ਉਹ ਜੇਲ੍ਹ 'ਚ ਨੇ, ਕੌਮੀ ਯੋਧੇ ਨੇ, ਉਹ ਵਰਤ ਸਕਦੇ ਨੇ ਇਹ ਭਾਸ਼ਾ, ਅਤੇ ਮੈਂ ਭਾਵੇਂ ਇੱਥੇ ਨਹੀਂ ਵਰਤ ਸਕਦਾ। ਪਰ ਉਹਨਾਂ ਨੇ ਕਿਹਾ ਵੀ ਟੌਟਾਂ ਅਤੇ ਗਦਾਰਾਂ ਨੂੰ ਜਿਹੜਾ ਆ ਦੂਰ ਰੱਖਿਆ ਜਾਏ ਮੋਰਚੇ ਤੋਂ, ਤਾਂ ਇਹ ਉਹਨਾਂ ਦੀ ਗੱਲ ਠੀਕ ਆ। ਜਿੱਦਾਂ ਹੁਣ ਬਾਪੂ ਜੀ ਹੁਣੀ ਜੋ ਮੈਂ ਮਹਿਸੂਸ ਕਰਦਾ ਵੀ ਉਹ ਭਲੇ ਇਨਸਾਨ ਨੇ ਅਤੇ ਉਹ ਇੱਕ ਧਰਮੀ ਬੰਦੇ ਨੇ, ਅਤੇ ਇਹਦੇ ਵਿੱਚ ਨਾਲ ਬਹੁਤ ਵੱਡਾ ਨੀਤੀਵਾਨ ਵੀ ਬੰਦਾ ਹੋਣਾ ਚਾਹੀਦਾ। ਜਿਵੇਂ ਇੱਕ ਧਰਮੀ ਹੋ ਗਿਆ, ਇੱਕ ਕੋਈ ਨੀਤੀਵਾਨ ਹੋ ਗਿਆ, ਇੱਕ ਸਾਡਾ ਕੋਈ ਵਕੀਲ ਹੋ ਗਿਆ, ਇੱਕ ਇੰਟਰਨੈਸ਼ਨਲ ਪੋਲੀਟਿਕਸ ਨੂੰ ਸਮਝਣ ਵਾਲਾ ਬੰਦਾ ਕੋਈ ਹੋ ਗਿਆ। ਇਸ ਤਰ੍ਹਾਂ ਉਹ ਚਾਹੁੰਦੇ ਨੇ ਵੀ ਵੱਡਾ ਇਹਦਾ ਘੇਰਾ ਕੀਤਾ ਜਾਏ, ਜਿਹੜਾ ਕਿ 2-4 ਬੰਦੇ ਨੂੰ ਨਾ ਵੇਚ ਸਕਣ ਨਾ ਖਰੀਦ ਸਕਣ। ਜਦੋਂ ਕੌਮ ਇਹਦਾ ਘੇਰਾ ਵੱਡਾ ਹੋ ਜਾਊਗਾ ਫਿਰ ਇਸ ਮੋਰਚੇ ਦਾ ਮੁੱਲ ਵੱਟਣਾ ਔਖਾ ਹੋ ਜਾਊਗਾ, ਇਹ ਕਿਤੇ ਨਾ ਕਿਤੇ ਸਿਰੇ ਲੱਗੂਗਾ। ਇਹ ਉਹਨਾਂ ਦੀ ਗੱਲਬਾਤ ਜਿਹੜੀ ਚਰਚਾ ਇਹ ਛਿੜੀ ਹੋਈ ਹੈ, ਕਹਿੰਦੇ ਵੀ 2 ਬੰਦੀ ਸਿੰਘਾਂ ਦੇ ਇਹ ਖਦਸ਼ਾ ਜਤਾਇਆ ਗਿਆ, ਉਹਨਾਂ ਦੇ ਵਕੀਲ ਨੇ ਆ ਕੇ ਇਹ ਰੱਖੀ ਹੈ। ਅਤੇ ਉੱਥੇ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਦੂਜੇ ਬੰਦੀ ਸਿੰਘ ਨੇ ਫਿਰ ਜਿਸ ਤਰ੍ਹਾਂ ਉਹ ਕਹਿੰਦੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ, ਰੂਪ ਰੇਖਾ ਨਹੀਂ ਦੱਸੀ ਵੀ ਅਸੀਂ ਰਿਹਾ ਕਿਵੇਂ ਕਰਾਵਾਂਗੇ, ਕੀ ਬਾਕੀਆਂ ਦੇ ਨਾਲ ਵੀ ਨਹੀਂ ਕੀਤੀ ਗਈ ਹੋਣੀ, ਬਿਨਾਂ ਗੱਲਬਾਤ ਤੋਂ ਇਹ ਮੋਰਚਾ ਲੱਗ ਗਿਆ? ਨਹੀਂ, ਜਿਵੇਂ ਉਹਨਾਂ ਨੇ ਕਿਹਾ ਇਹ ਬਾਪੂ ਜੀ ਹੋਣਾ ਨੇ ਵੀ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ 'ਤੇ ਇਹ ਮੋਰਚਾ ਲਾਇਆ ਆ। ਮੈਂ ਸਮਝਦਾ ਕਿ ਜਥੇਦਾਰ ਸਾਹਿਬ ਦੇ ਜਿਹੜੇ ਨਿਰਦੇਸ਼ ਨੇ ਉਹ ਮੇਰੇ ਖਿਆਲ 'ਚ ਹੁਣ ਉਹ ਜਥੇਦਾਰ ਸਾਹਿਬ ਨੇ, ਆਪਾਂ ਉਹਨਾਂ ਦੇ ਕੋਈ ਕਿੰਤੂ ਨਹੀਂ ਕਰ ਸਕਦੇ। ਔਰ ਜੇ ਜਥੇਦਾਰ ਨਾ ਵੀ ਹੁੰਦੇ, ਕੌਮ ਵੱਲੋਂ ਅਕਾਲ ਤਖਤ ਸਾਹਿਬ ਜਥੇਦਾਰ ਨਾ ਵੀ ਸਾਜੇ ਹੁੰਦੇ ਸਰਬੱਤ ਅਕਾਲ, ਤਾਂ ਵੀ ਇਹਨਾਂ ਸਿੰਘਾਂ ਦਾ ਰੁਤਬਾ ਬਹੁਤ ਉੱਚਾ, ਇਹਨਾਂ ਦੀ ਗੱਲ ਨਹੀਂ ਮੋੜਦੀ ਕੌਮ, ਅਤੇ ਘੱਟੋ ਘੱਟ ਮੈਂ ਤਾਂ ਨਹੀਂ ਸੀ ਮੋੜਦਾ। ਜਦੋਂ ਕੋਈ ਸਾਨੂੰ ਕਿਸੇ ਨੇ ਆਉਂਦਾ ਵੀ ਤੁਸੀਂ ਆਹ ਕਰੋ ਤਾਂ ਉਹ ਮੋੜਿਆ ਨਹੀਂ ਸੀ ਜਾ ਸਕਦਾ। ਸੋ ਮੈਨੂੰ ਇੰਝ ਲੱਗਦਾ ਵੀ ਭਾਈ ਜਗਤਾਰ ਸਿੰਘ ਹੋਣਾ ਨੂੰ ਇਹ ਕਹਿਣਾ ਚਾਹੀਦਾ ਵੀ ਸਾਰੀ ਕੌਮ ਇਕੱਤਰ ਹੋਵੇ, ਇਕੱਠੀ ਹੋ ਕੇ ਜੋ ਵੀ ਲੜਾਈ ਲੜਨੀ ਇਕੱਠੀ ਹੋ ਕੇ ਲੜੇ। ਮੈਨੂੰ ਲੱਗਦਾ ਇਹ ਉਹਨਾਂ ਨਾਲ ਗੱਲ ਕੀਤੀ। ਉਹ ਸਿਮਰਨ ਵਕੀਲ ਨੇ ਕਿਹਾ ਕਿ ਮੈਂ ਮਿਲ ਕੇ ਆਇਆ ਜਥੇਦਾਰ ਸਾਹਿਬ ਨੂੰ 2 ਦਿਨ ਪਹਿਲਾਂ, ਉਹਨਾਂ ਨੇ ਇਹ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਆ। ਪਰ ਜਿਸ ਤਰ੍ਹਾਂ ਉਹਨਾਂ ਨੂੰ ਮਿਲੇ ਨੇ ਉਸ ਤਰ੍ਹਾਂ ਬਾਕੀ ਸਿੰਘਾਂ ਨੂੰ ਵੀ ਇੱਕ ਕਮੇਟੀ 2-3 ਸਿੰਘਾਂ ਦੀ ਬਣਾ ਕੇ ਪਹਿਲਾਂ ਲੈ ਲੈਣਾ ਚਾਹੀਦਾ, ਭਰੋਸੇ ਦੱਸਣਾ ਚਾਹੀਦਾ ਸੀ ਵੀ ਅਸੀਂ ਮੋਰਚਾ ਲਾਉਣ ਲੱਗੇ ਹਾਂ ਵੱਡਾ, ਤਾਂ ਉਹਦੇ 'ਚ ਤੁਸੀਂ ਦੱਸੋ ਵੀ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਉਹਨਾਂ ਦੀ ਸਲਾਹ ਲੈ ਲੈਣੀ ਚਾਹੀਦੀ। ਇਹ ਤਾਂ ਖਦਸ਼ਾ ਉਹਨਾਂ ਦਾ ਲੱਗਦਾ ਢਿੱਲ ਹੋਈ ਹੈ ਕਿਤੇ। ਇਹ ਮਿੱਥ ਕੇ ਨਹੀਂ ਢਿੱਲ ਹੋਈ ਹੁੰਦੀ ਜੀ। ਕਈ ਵਾਰੀ ਇਹ ਹੁੰਦਾ ਵੀ ਸਾਡੇ ਬੰਦੇ ਨੇ, ਅਸੀਂ ਉਹਨਾਂ ਨੂੰ ਛਡਾਉਣਾ ਆ ਅਤੇ ਅਸੀਂ ਉਹਨਾਂ ਲਈ ਸਾਰਾ ਕੁਛ ਕਰ ਰਹੇ ਹਾਂ, ਅਤੇ ਕੀ ਗੱਲ ਹੈ, ਕਈ ਵਾਰੀ ਅਣਗਹਿਲੀ ਹੋ ਜਾਂਦੀ ਹੈ, ਮਤਲਬ ਕਿ ਢਿੱਲ ਹੋ ਸਕਦੀ ਆ। ਇਹਦੇ 'ਚ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਬੇਈਮਾਨੀ ਤਹਿਤ ਨਾ ਮਿਲੇ ਹੁਣ, ਇਹ ਨਹੀਂ ਹੋ ਸਕਦਾ, ਪਰ ਇਹ ਕੋਤਾਹੀ ਜ਼ਰੂਰ ਹੋਈ ਹੈ ਜੀ। 9 ਬੰਦੀ ਸਿੰਘਾਂ ਦੀ ਅਕਸਰ ਗੱਲ ਕੀਤੀ ਜਾਂਦੀ ਹੈ, ਵੀ ਤੁਸੀਂ ਵੀ ਸ਼ੁਰੂਆਤ 'ਚ ਗੱਲ ਕੀਤੀ, ਉਹਨਾਂ ਦਾ ਵੀ ਖਦਸ਼ਾ ਇਹੀ ਹੈ ਵੀ ਜੇਕਰ ਮੋਰਚਾ ਲਾਉਣਾ ਸਾਰਿਆਂ ਦੇ ਲਈ ਲਾਇਆ ਜਾਵੇ ਤਾਂ ਫਿਰ ਬਾਕੀਆਂ ਦੇ ਲਈ ਕੱਲ੍ਹ ਨੂੰ ਲਾਉਂਦੇ ਫਿਰਾਂਗੇ। ਅੱਜ ਇਹਨਾਂ ਲਈ ਲਾ ਰਹੇ ਆ ਕਿ ਇਸੇ ਤਰ੍ਹਾਂ ਚੱਲਦਾ ਰਹੂਗਾ। ਜਿਹੜਾ ਇਹ ਬਿਆਨ ਆ ਜਾਂ ਇਹ ਸੋਚ ਆ ਉਹਨਾਂ ਦੀ, ਇਹਨੂੰ ਕਿਵੇਂ ਮੰਨਦੇ? ਨਹੀਂ, ਇਹ ਸੋਚ ਮੈਂ ਬਿਲਕੁਲ ਤੁਹਾਨੂੰ ਤੁਹਾਡੇ ਸਾਹਮਣੇ ਰੱਖਿਆ ਵੀ ਆ ਕਿ ਕਿਵੇਂ ਆਪਣੇ ਬੰਦੇ ਇਹਨਾਂ ਨੇ ਛੱਡੇ ਨੇ। ਹੁਣ ਜੱਗੀ ਜੌਲ ਹੋਣਾ ਦਾ ਤਾਂ ਕੋਈ ਕਸੂਰ ਹੀ ਹੈ ਨਹੀਂ, ਧੱਕੇ ਨਾਲ ਅੰਦਰ ਤੁੰਨੇ ਹੋਏ ਨੇ ਵੀ ਤੁਸੀਂ ਹਮਾਇਤੀ ਹੋ ਬਸ ਖਾਲਿਸਤਾਨ ਦੇ, ਅਤੇ ਇਸ ਕਰਕੇ ਤੁਹਾਨੂੰ ਅੰਦਰ ਤੁੰਨ ਦਿੱਤਾ, ਬਸ ਤੁਹਾਨੂੰ ਬਾਹਰ ਹੀ ਨਹੀਂ ਲਿਆਉਣਾ ਹੈਗਾ। ਸੋ ਵਰਕੇ ਹੀ ਪਾੜ ਦਿੰਦੇ ਨੇ ਵੀ ਇਹ ਬੰਦੇ ਬਾਹਰ ਹੀ ਨਹੀਂ ਲਿਆਉਣੇ। ਸੋ ਉਹਨਾਂ ਬੰਦਿਆਂ ਨੂੰ ਕੌਣ ਰਿਹਾ ਕਰਾਊਗਾ? ਉਹਨਾਂ ਦੇ ਕੇਸ ਨਹੀਂ ਚੱਲ ਰਹੇ, ਉਹਨਾਂ ਨੂੰ ਦਿੱਲੀ ਦੇ ਵਿੱਚ ਜਾ ਕੇ ਤਾੜਿਆ ਹੋਇਆ ਆ, ਉਹਨਾਂ ਦਾ ਕੋਈ ਪੰਜਾਬ 'ਚ ਉਹਨਾਂ ਨੂੰ ਸਰੋਕਾਰ ਨਹੀਂ। ਜਿਵੇਂ ਹੁਣ ਭਾਈ ਜਗਤਾਰ ਸਿੰਘ ਹਵਾਰੇ ਹੁਣਾਂ ਨੂੰ ਵੀ ਦਿੱਲੀ ਬੰਦ ਕੀਤਾ ਹੋਇਆ, ਕੇਸ ਉਹਨਾਂ ਦੇ ਪੰਜਾਬ ਦੇ ਵਿੱਚ ਨੇ। ਇਸ ਤਰ੍ਹਾਂ ਦੇ ਧੱਕੇ ਤਾਂ ਲਗਾਤਾਰ ਹੋ ਰਹੇ ਨੇ। ਤਾਂ ਸੋ ਬਾਕੀ ਸਿੰਘ ਜਿਹੜੇ ਨੇ ਜੇਲ੍ਹਾਂ ਦੇ ਵਿੱਚ, ਉਹਨਾਂ ਦਾ ਵੀ ਜਿਹੜੇ ਸਿੰਘਾਂ ਦੀ ਹੁਣ ਉਹਨਾਂ ਦੀ ਲਗਭਗ ਮੇਰੇ ਖਿਆਲ ਜ਼ਮਾਨਤ ਜਿਹੜੀ ਆ
ਹੋ ਗਈ ਆ, ਮੈਨੂੰ ਵਕੀਲ ਸਾਹਿਬ ਨੇ ਦੱਸਿਆ ਸੀ, ਜਿਨ੍ਹਾਂ ਨੂੰ ਲਿਟਰੇਚਰ ਰੱਖਣ ਦੇ ਸਬੰਧ ਦੇ ਵਿੱਚ ਉਮਰ ਕੈਦ ਹੋਈ ਆ। ਸੋ ਭਾਵੇਂ ਉਹਨਾਂ ਦੀ ਜ਼ਮਾਨਤ ਹੋਈ ਨਹੀਂ ਹੈ, ਪਰ ਉਹਨਾਂ ਦੀ ਰਿਹਾਈ ਥੋੜ੍ਹਾ ਜ਼ਮਾਨਤ 'ਤੇ ਆਉਣਗੇ ਬਾਹਰ, ਵੀ ਉਹਨਾਂ ਸਿੰਘਾਂ ਦਾ ਵੀ ਨਾਲ ਹੀ ਜਿਹੜਾ ਬੰਦੀ ਸਿੰਘਾਂ ਦਾ ਨਾਲ ਹੀ ਦੇਣਾ ਚਾਹੀਦਾ ਵੀ ਆ ਵੀ ਸਾਡੇ ਬੰਦੇ ਬੰਦ ਨੇ, ਕਿਉਂਕਿ ਕੋਈ ਵੀ ਬੰਦਾ ਨਿੱਜੀ ਹਿੱਤਾਂ ਲਈ ਨਹੀਂ ਗਿਆ। ਜਿਹੜੇ ਨਿੱਜੀ ਕੇਸ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ, ਜਿਹੜੇ ਕੌਮੀ ਕੇਸ ਨੇ। ਹੁਣ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਦਾ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾ ਹੁੰਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਦਾ, ਹੁਣ ਭਾਈ ਸਰਬਜੀਤ ਸਿੰਘ ਨਰੈਣ ਸਿੰਘ ਹੁਣੀ ਜਿਹੜੇ ਨੇ, ਜਿਨ੍ਹਾਂ ਨੇ ਦਿੱਲੀ ਉਦੋਂ ਇੱਕ ਦੁਸ਼ਟ ਨੂੰ ਸੌਦਾ ਲਾਇਆ ਹੈ ਨਾ, ਹੁਣ ਉਹ ਵੀ ਬੰਦੇ ਅੰਦਰ ਨੇ, ਉਹਨਾਂ ਦਾ ਵੀ ਨਿੱਜੀ ਕੇਸ ਨਹੀਂ ਹੈਗਾ, ਭਾਵੇਂ ਉਹਨਾਂ ਨੂੰ ਥੋੜ੍ਹਾ ਸਮਾਂ ਹੀ ਹੋਇਆ, ਵੀ ਕਹਿਣਗੇ ਵੀ ਉਹਦਾ ਟਰਾਇਲ ਅਜੇ ਰਹਿੰਦਾ, ਉਹਨਾਂ ਦਾ ਟਰਾਇਲ ਕਰਨਾ ਕਿਉਂ ਹੈ? ਤੁਸੀਂ ਇਨਸਾਫ ਨਹੀਂ ਦਿੱਤਾ ਇੰਨੇ ਸਾਲਾਂ ਤੋਂ। ਅਸਲ 'ਚ 2002 ਦੇ ਵਿੱਚ ਭਨਿਆਰੇ ਵਾਲੇ ਤੋਂ ਸ਼ੁਰੂ ਹੁੰਦੀ ਹੈ ਬੇਅਦਬੀ, ਤਾਂ ਉਦੋਂ ਇਨਸਾਫ ਮਿਲੇ ਹੀ ਨਹੀਂ, ਤਾਂ ਲੋਕ ਕਰਨ ਕੀ? ਵੀ ਉਹ ਚੀਜ਼ ਨੂੰ ਗੌਰਮੈਂਟ ਨੂੰ ਇਨਸਾਫ ਦੇਣਾ ਚਾਹੀਦਾ, ਉਹ ਚੀਜ਼ ਨੂੰ ਰੋਕਣਾ ਚਾਹੀਦਾ। ਜਦੋਂ ਨਹੀਂ ਰੁਕ ਰਹੀਆਂ ਉਹ ਗੱਲਾਂ, ਫਿਰ ਲੋਕ ਕਾਨੂੰਨ ਜਿਹੜਾ ਹੈ ਆਪਣੇ ਹੱਥ 'ਚ ਲੈਂਦੇ ਹੁੰਦੇ ਨੇ, ਲੋਕ ਬਾਗੀ ਹੁੰਦੇ ਨੇ। ਇਹ 'ਚ ਲੋਕਾਂ ਦਾ ਕਸੂਰ ਨਹੀਂ, ਸਟੇਟ ਦਾ ਕਸੂਰ ਆ, ਤਾਂ ਉਹ ਸਟੇਟ ਉਹਨਾਂ ਬੰਦਿਆਂ ਨੂੰ ਛੱਡੇ। ਇੱਕ ਸਵਾਲ ਲਗਾਤਾਰ ਖੜਾ ਹੁੰਦਾ, ਕਹਿੰਦੇ ਬਿਲਕਿਸ ਬਾਨੂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਰਿਹਾ ਕਰਤਾ, ਰਾਜੀਵ ਗਾਂਧੀ ਦੇ ਦੋਸ਼ੀਆਂ ਨੂੰ ਵੀ ਰਿਹਾ ਕਰਤਾ, ਫਿਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਕਰਦੇ? ਤੇ ਜੇ ਸਰਕਾਰ ਨੂੰ ਪੁੱਛਦੇ ਆ, ਉਹ ਕਹਿੰਦੇ ਆ ਸਾਨੂੰ ਖਤਰਾ, ਇਹ ਜਾ ਕੇ ਮਾਹੌਲ ਖ਼ਰਾਬ ਕਰਨਗੇ, ਦੁਬਾਰਾ ਫਿਰ ਲਾਅ ਐਂਡ ਆਰਡਰ ਜਿਹੜਾ ਖ਼ਰਾਬ ਹੋਊਗਾ। ਕਿ ਜਿਹੜੇ ਪਹਿਲਾਂ ਰਿਹਾ ਕੀਤੇ ਨੇ, ਉਹ ਦੋਸ਼ੀ ਕੀਤੇ ਨੇ, ਉਹਨਾਂ ਦਾ ਮਾਹੌਲ ਖ਼ਰਾਬ ਨਹੀਂ ਹੁੰਦਾ? ਹੁਣ ਇੱਥੇ ਇਹੀ ਗੱਲ ਹੈ ਜੀ, ਕਿਉਂਕਿ ਜੇ ਸਾਊਥ ਦੇ ਵਿੱਚ ਰਾਜੀਵ ਗਾਂਧੀ ਦਾ ਕਤਲ ਹੁੰਦਾ ਆ ਤੇ ਉਹਦੇ ਨਾਲ ਕੋਈ ਨਾ ਵੱਡਾ ਦਰਖਤ ਡਿੱਗਦਾ ਤੇ ਨਾ ਧਰਤੀ ਹਿੱਲਦੀ ਆ, ਤੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ, ਈਵਨ ਉਹਨੇ ਸਿੱਖਾਂ ਦੀ ਸਭ ਤੋਂ ਜਿਹੜੀ ਪਵਿੱਤਰ ਜਗ੍ਹਾ ਆ ਉਹਦੇ ਉੱਤੇ ਹਮਲਾ ਕਰ ਦਿੱਤਾ, ਔਰ ਸਾਡੇ ਹਜ਼ਾਰਾਂ ਲੋਕ ਜਿਹੜੇ ਉੱਥੇ ਸ਼ਹੀਦ ਕਰ ਦਿੱਤੇ, ਸਾਡੀ ਬੇਪੱਤੀ ਹੋ ਗਈ। ਤਾਂ ਉਸ ਉਹਦਾ ਇੰਦਰਾ ਗਾਂਧੀ ਦਾ ਕਤਲ ਹੁੰਦਾ ਆ, ਤੇ ਸਾਨੂੰ ਇੱਕ ਸਬਕ ਸਿਖਾਉਣ ਲਈ, ਸਾਡੀ ਨਸਲਕੁਸ਼ੀ ਕਰਨ ਲਈ ਪੂਰੀ ਇਸ ਕੰਟਰੀ ਦੇ ਵਿੱਚ ਸਾਡੀ ਇੱਕ ਹੋਲੀ ਖੇਡੀ ਜਾਂਦੀ ਹੈ ਖੂਨ ਦੀ, ਸਾਡੇ ਨਾਲ ਬਹੁਤ। ਔਰ ਉਸ ਚੀਜ਼ ਨੂੰ ਵੇਖੋ ਤੁਸੀਂ, ਇੱਕ ਤਾਂ ਉਹਨਾਂ ਨੇ ਕੀਤਾ, ਇੱਕ ਗੱਲ ਤੋਂ ਮੁੱਕਰ ਗਏ ਵੀ ਇਹ ਦੰਗੇ ਹੋਏ ਨੇ, ਘਰਾਂ 'ਚੋਂ ਸਾਨੂੰ ਕੱਢ ਕੇ ਸਾਡੇ ਲੋਕਾਂ ਨੂੰ ਉੱਥੇ ਮੌਤ ਦੇ ਘਾਟ ਉਤਾਰਿਆ, ਤੇ ਸਟੇਟ ਇਸ ਗੱਲ ਤੋਂ ਵੀ ਮੁੱਕਰ ਗਈ ਵੀ ਇਹ ਤਾਂ ਦੰਗੇ ਹੋਏ ਨੇ, ਉਹਨਾਂ ਨੂੰ ਦੰਗਿਆਂ ਦਾ ਨਾਂ ਦਿੱਤਾ ਗਿਆ, ਜਦੋਂ ਕਿ ਉਹ ਕਤਲੇਆਮ ਹੋਇਆ ਸੀ ਸਾਡਾ। ਸੋ ਉਹਨਾਂ ਬੰਦਿਆਂ ਨੂੰ, ਸਾਨੂੰ ਉਹਨਾਂ ਦੀ ਰਿਹਾਈ 'ਤੇ ਕੋਈ ਇਹ ਨਹੀਂ ਹੈਗਾ। ਰਿਹਾ ਬੰਦੇ ਹੋਣੇ ਚਾਹੀਦੇ ਨੇ, ਜਿਵੇਂ ਤਾਮਿਲਨਾਡੂ ਨੇ ਮਤਾ ਪਾਇਆ, ਉਹਨਾਂ ਨੇ ਆਪਣੇ ਬੰਦੇ ਰਿਹਾ ਕਰਵਾ ਲਏ, ਪਿੱਛੇ ਖੜੇ ਸੀਗੇ ਉਹਨਾਂ ਦੀ ਬੰਦੇ, ਪਰ ਉਸ ਤਰਜ਼ ਦੇ ਉੱਤੇ ਸਿੱਖਾਂ ਨੂੰ ਰਿਹਾ ਨਹੀਂ ਕੀਤਾ ਗਿਆ। ਇੱਥੇ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਵੱਖਰੇ ਹੋਣ ਦੀ ਲੋੜ ਕਿਉਂ ਆ, ਜਦੋਂ ਸਾਡੇ ਨਾਲ ਐਡਾ ਵੱਡਾ ਧੱਕਾ ਹੁੰਦਾ, ਸਾਨੂੰ ਇਸ ਦੇਸ਼ ਦੇ ਨਾਗਰਿਕ ਇਹ ਮੰਨ ਨਹੀਂ ਰਹੇ, ਸਾਨੂੰ ਸਾਡੀ ਕੌਮ ਨਹੀਂ ਮੰਨ ਰਹੇ, ਸਾਡੇ ਮੈਰਿਜ ਐਕਟ ਤੱਕ ਸਾਡੇ ਹੈ ਨਹੀਂ, ਤਾਂ ਫਿਰ ਅਸੀਂ ਕਿਵੇਂ ਮਤਲਬ ਇਹ ਗੱਲ ਕਹੀਏ ਵੀ ਅਸੀਂ ਬਰਾਬਰ ਹਾਂ, ਸਾਡਾ ਵੀ ਇਹ ਦੇਸ਼ ਆ। ਸਾਡਾ ਇਹ ਦੇਸ਼ ਹੁੰਦਾ ਤੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੀ ਨਾ ਹੁੰਦਾ, ਸਾਡਾ ਇਹ ਦੇਸ਼ ਹੁੰਦਾ ਤੇ ਸਾਡੀਆਂ ਧੀਆਂ ਦੀ ਬੇਪੱਤੀ ਨਾ ਹੁੰਦੀ, ਸਾਡਾ ਇਹ ਦੇਸ਼ ਹੁੰਦਾ ਤੇ ਸਾਡੇ ਗਲਾਂ 'ਚ ਟਾਇਰ ਨਾ ਪੈਂਦੇ, ਸਾਡਾ ਇਹ ਦੇਸ਼ ਹੁੰਦਾ ਤੇ ਇਸੇ ਕੰਟਰੀ ਦੇ ਵਿੱਚ ਜਿਹੜੇ ਆਰਮੀ 'ਚ ਮੁੰਡੇ ਨੇ ਉਹ ਛੁੱਟੀ ਆਏ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਸਾੜ ਕੇ ਸਵਾਹ ਨਾ ਕਰ ਦਿੱਤੇ ਜਾਂਦੇ। ਸੋ ਇਹ ਵੱਡੀਆਂ ਗੱਲਾਂ ਨੇ, ਸਾਡੇ ਨਾਲ ਵਿਤਕਰਾ ਹੈ ਬਹੁਤ ਵੱਡਾ, ਉਹਨਾਂ ਨੂੰ ਰਿਹਾ ਕਰ ਸਕਦੇ ਨੇ, ਕਰਨਗੇ ਵੀ, ਭਾਵੇਂ ਉਹਨਾਂ ਨੇ ਕਤਲ ਹੀ ਕੀਤਾ, ਪਰ ਉਹ ਬਹੁ ਗਿਣਤੀ ਦਾ ਕਿਤੇ ਨਾ ਕਿਤੇ ਉਸ ਕੌਮ ਦਾ ਹਿੱਸਾ ਨੇ, ਇਸ ਕਰਕੇ ਉਹ ਰਿਹਾ ਹੋ ਗਏ ਨੇ। ਤਾਂ ਸਾਡੇ ਬੰਦਿਆਂ ਨੂੰ ਰਿਹਾ ਨਹੀਂ ਕੀਤਾ। ਲੱਗਦਾ ਸਿੱਖਾਂ ਨਾਲ ਧੱਕਾ ਕਿਉਂ ਹੁੰਦਾ? ਘੱਟ ਗਿਣਤੀ ਆ, ਇਸ ਕਰਕੇ ਸਰਕਾਰਾਂ ਧੱਕਾ ਕਰਦੀਆਂ ਨੇ। ਸ਼ੁਰੂ ਤੋਂ ਪੰਜਾਬ ਦੇ ਨਾਲ ਜੇਕਰ ਧੱਕਾ ਹੁੰਦਾ ਆ ਰਿਹਾ, ਕੀ ਕਾਰਨ ਕੀ ਮੰਨਦੇ ਹੋ? ਸਾਡਾ ਸਿਧਾਂਤ, ਸਾਡਾ ਜਿਹੜਾ ਸਿਧਾਂਤ ਆ ਉਸ ਤੋਂ ਇਹਨਾਂ ਨੂੰ ਡਰ ਲੱਗਦਾ, ਕਿਉਂਕਿ ਸਟੇਟ ਦੇ ਵਿੱਚ ਜਿਹੜਾ ਰਾਜ ਆ ਉਹ ਰਾਜ ਜਾਤੀ ਤੌਰ 'ਤੇ ਊਚ ਨੀਚ ਕਰਕੇ, ਜਿਹੜੇ ਗਰੀਬ ਨੇ ਉਹਨਾਂ ਦੀ ਲੁੱਟ ਕਰਕੇ, ਇਹ ਸਾਡਾ ਸਿਧਾਂਤ ਇਹਦੀ ਆਗਿਆ ਨਹੀਂ ਦਿੰਦਾ। ਅਸੀਂ ਚਾਹੁੰਦੇ ਹਾਂ ਹਰ ਬੰਦਾ ਬਰਾਬਰ ਆ ਇੱਥੇ, ਚਾਹੇ ਇੱਥੇ ਜੁੱਤੀਆਂ ਨੂੰ ਪਾਲਿਸ਼ ਕਰ ਰਿਹਾ ਤੇ ਚਾਹੇ ਇੱਥੇ ਬਾਦਸ਼ਾਹ ਆ, ਉਹਨਾਂ ਦਾ ਰੁਤਬਾ ਸਾਡੇ ਸਿਧਾਂਤ ਦੇ ਮੁਤਾਬਕ ਇੱਕੋ ਹੀ ਆ। ਉਹਨਾਂ ਦੇ ਕੰਮ ਵੱਖਰੇ ਵੱਖਰੇ ਹੋ ਸਕਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਵੱਖਰੀ ਵੱਖਰੀ ਹੋ ਸਕਦੀ ਹੈ, ਪਰ ਐਜ ਏ ਹਿਊਮਨ, ਐਜ ਏ ਇਨਸਾਨ, ਸਿੱਖ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬਰਾਬਰ ਹੋ। ਬਿਲਕੁਲ ਇਸ ਸਾਡੇ ਸਿਧਾਂਤ ਤੋਂ ਹੀ ਡਰ ਹੈ ਵੀ ਜੇ ਇਹ ਸਿਧਾਂਤ, ਜਿਵੇਂ ਖੁਦ ਮੁਖਤਿਆਰੀ ਦਾ ਸਿਧਾਂਤ ਪਹਿਲਾਂ ਆਪਾਂ ਸ਼ੁਰੂ ਕੀਤਾ ਵੀ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਨੇ, ਸਾਡੇ ਤਖਤ ਸਾਹਿਬ ਦੇ ਉੱਤੇ ਹਮਲਾ ਹੀ ਇਸ ਗੱਲ ਕਰਕੇ ਹੋਇਆ ਕਿ ਰਾਜਨੀਤੀ ਜਿਹੜੀ ਅਸਲ 'ਚ ਰਾਜਨੀਤੀ ਆ, ਜਿਹੜੀ ਹੋਣੀ ਚਾਹੀਦੀ ਆ, ਪੰਚ ਪ੍ਰਧਾਨੀ ਰਾਜਨੀਤੀ, ਜਿੱਥੇ ਸਭ ਨੂੰ ਬਰਾਬਰਤਾ ਮਿਲੇ, ਜਿੱਥੇ ਧੀਆਂ ਨਾਲ ਬਲਾਤਕਾਰ ਨਾ ਹੋਣ, ਜਿੱਥੇ ਇਹ ਇਕੁਅਲ ਸਾਰਾ ਕੁਝ ਹੋਵੇ, ਉਹਦਾ ਕੇਂਦਰ ਬਣਨ ਜਾ ਰਿਹਾ ਸੀ। ਤਾਂ ਉਸ ਗੱਲ ਕਰਕੇ ਜਿਹੜਾ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ, ਕਿਉਂਕਿ ਦਿੱਲੀ ਕਦੀ ਵੀ ਨਹੀਂ ਚਾਹੁੰਦੀ ਵੀ ਮੇਰੇ ਤੋਂ ਕੋਈ ਰੁਤਬਾ ਕਿਸੇ ਦਾ ਉੱਚਾ ਹੋਏ। ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਆ ਉਹ ਬਹੁਤ ਦੁਨਿਆਵੀ ਤਖਤਾਂ ਨਾਲੋਂ ਉੱਪਰ ਆ। ਤਾਂ ਜਿੰਨੀਆਂ ਵੀ ਹਕੂਮਤਾਂ ਆਈਆਂ ਨੇ
ਉਹ ਸਿੱਖਾਂ ਦੇ ਹੋਰ ਅਸਥਾਨਾਂ ਤੇ ਇੰਨਾ ਹਮਲਾ ਨਹੀਂ ਕਰਦੀਆਂ ਜਿੰਨੀਆਂ ਅਕਾਲ ਤਖਤ ਸਾਹਿਬ ਤੇ ਕਰਦੀਆਂ ਨੇ। ਇਹ ਬੁਨਿਆਦ ਆ ਬਹੁਤ ਵੱਡੀ। ਸੋ ਇਸ ਗੱਲ ਕਰਕੇ ਸਾਡਾ ਵੱਡਾ ਰੌਲਾ ਸਿਧਾਂਤ ਦਾ ਹੀ ਆ। ਜਦੋਂ ਲੋਕ ਜਿਹਨੂੰ ਤੁਸੀਂ ਇਹ ਕਹੋ ਵੀ ਸਾਡੇ ਗਲਾਸ 'ਚ ਪਾਣੀ ਪੀਤਾ ਆ, ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਮਾਨ ਸਿੰਘ ਭੇਵੇ ਵਾਲਾ ਜਿਹੜਾ ਬਾਬਾ ਹੁੰਦਾ ਸੀ, ਉਹ ਜਦੋਂ ਲੰਗਰ ਲੈ ਕੇ ਜਾਂਦਾ, ਜਦੋਂ ਭੁਚਾਲ ਆਉਂਦੇ ਨੇ ਤਾਂ ਉਹਨਾਂ ਨੇ ਲੰਗਰ ਛਕਣੋਂ ਇਨਕਾਰ ਕਰਤਾ ਸੀਗਾ। ਤੁਸੀਂ ਇਹ ਦੇਖੋ ਕਿ ਉਹ ਅਜੇ ਵੀ ਪਛੜੀਆਂ ਚਰੀਣੀਆਂ ਜਾਤਾਂ ਜੀ, ਸ਼ੂਦਰ ਜੀ, ਫਲਾਣੇ ਜੀ, ਢਮਕਾਣੇ, ਆਹ ਤਾਂ ਉਹਨਾਂ ਦੇ ਹਾਲਾਤ ਨੇ, ਪਰ ਸਾਡੇ ਨਹੀਂ ਹੈਗੇ। ਇਹ ਸਿਧਾਂਤ ਤੋਂ ਹੀ ਡਰਦੇ ਹੋ, ਸਾਨੂੰ ਖਤਮ ਕਰਨਾ ਚਾਹੁੰਦੇ ਨੇ ਵੀ ਇਦਾਂ ਦਾ ਸਿਧਾਂਤ ਇਸ ਕੰਟਰੀ 'ਚ ਨਹੀਂ ਚਾਹੀਦਾ। ਉਹ ਤਾਂ ਇਹ ਗੱਲ ਵੀ ਕਹਿੰਦੇ ਆ, ਕਹਿੰਦੇ ਸਿੱਖ ਅਦਾਲਤ ਨੂੰ ਅਦਾਲਤ ਨਹੀਂ ਮੰਨਦੇ ਤਾਂ ਅਕਾਲ ਤਖਤ ਸਾਹਿਬ ਨੂੰ ਆਪਣੀ ਅਦਾਲਤ ਮੰਨਦੇ ਆ। ਇਹ ਤਾਂ ਸਿਰਫ ਉਹਦਾ ਹੀ ਹੁਕਮ ਮੰਨਦੇ ਆ, ਇਹ ਸਾਡਾ ਸੰਵਿਧਾਨ ਮੰਨਦੇ ਹੀ ਨਹੀਂ। ਕਿੱਦਣ ਸਿੱਖਾਂ ਨੂੰ ਜਦੋਂ ਸਜ਼ਾ ਹੋਈ ਹੈ, ਕਿਹੜੇ ਜੱਜ ਨੂੰ ਸਿੰਘਾਂ ਨੇ ਗਾਲਾਂ ਕੱਢੀਆਂ, ਕਿਹੜੇ ਜੱਜ ਦੇ ਜੁੱਤੀ ਮਾਰੀ, ਕਿਹੜੇ ਜੱਜ ਦੇ ਜਾ ਕੇ ਘਰ ਗੋਲੀ ਚਲਾਈ। ਕਦੀ ਵੀ ਸਿੱਖਾਂ ਨੇ ਉਦੋਂ ਨਾ, ਜੇ ਸਿੱਖਾਂ ਨੂੰ ਇਸ ਕਾਨੂੰਨ ਤੇ ਇਸ ਕੰਟਰੀ ਤੇ ਨਾ ਹੁੰਦਾ ਤਾਂ ਫਿਰ ਸਿੱਖ ਇੱਥੇ ਆਉਂਦੇ ਹੀ ਕਿਉਂ? ਕੀ ਜਨਾਹ ਮਾੜਾ ਸੀ? ਫਿਰ ਸਿੱਖ ਜਨਾਹ ਕੋਲ ਜਾਂਦੇ, ਸਿੱਖ ਪਾਕਿਸਤਾਨ ਨਾਲ ਰਹਿੰਦੇ, ਉਹ ਤਾਂ ਆਰਮੀ ਵੀ ਦਿੰਦੇ ਸੀ, ਬਹੁਤ ਕੁਝ ਸੀ, ਉਹ ਲੰਮੀ ਗੱਲ ਹੋ ਜਾਣੀ ਆ। ਪਰ ਸਿੱਖ ਇੱਥੇ, ਸਿੱਖਾਂ ਨੇ ਭਰੋਸਾ ਕੀਤਾ ਇਹਨਾਂ ਤੇ, ਭਰੋਸਾ ਕਰਕੇ ਇੱਥੇ ਆਏ ਸੀ। ਇਹਨਾਂ ਦੀ ਜਿਹੜੀ ਕਾਣੀ ਅੱਖ ਨਾਲ ਤੋਲਦੇ ਨੇ, ਉੱਤੇ ਹੀ ਭਰੋਸਾ ਕਰਕੇ ਇੱਥੇ ਆਏ ਆ। ਪਰ ਅੱਜ ਦੀ ਡੇਟ 'ਚ ਸਾਡੇ ਨਾਲ, ਹੁਣ ਤੁਸੀਂ ਆਪ ਹੀ ਕਿਹਾ ਵੀ ਬਾਨੋਵਾਲਾ ਕੇਸ 'ਚ ਬੰਦੇ ਰਿਹਾ ਹੋ ਜਾਂਦੇ ਨੇ, ਰਾਜੀਵ ਗਾਂਧੀ ਵਾਲੇ 'ਚ ਹੋ ਜਾਂਦੇ ਨੇ, ਫਿਰ ਮਤਲਬ ਪ੍ਰਧਾਨ ਮੰਤਰੀ ਵੱਡਾ ਹੁੰਦਾ ਕਿ ਮੁੱਖ ਮੰਤਰੀ? ਫਿਰ ਸਾਡੇ 25-25 ਸਾਲ ਕੱਟੀ ਬੈਠੇ ਨੇ। 6 ਵਾਰੀ ਪ੍ਰੋਫੈਸਰ ਭੁੱਲਰ ਦੀ ਜਿਹੜੀ ਆ ਬਣੀ ਰਿਹਾਈ ਨੂੰ ਦਿੱਲੀ ਸਟੇਟ ਨੇ ਰੱਦ ਕਰ ਦਿੱਤਾ ਜੀ। ਉੱਥੇ ਆਪ ਦੀ ਸਰਕਾਰ ਆ। ਤੁਸੀਂ ਦੇਖੋ, ਸਭ ਤੋਂ ਜੇਕਰ ਆਪਾਂ ਕੇਸ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਆ, ਜਿਹੜੇ ਰਿਹਾ ਹੋ ਸਕਦੇ ਨੇ, ਨਹੀਂ ਕਰ ਰਹੀ ਸਟੇਟ, ਫਿਰ ਅਸੀਂ ਇਹਨਾਂ ਦੀ ਅਦਾਲਤਾਂ, ਇਹਨਾਂ ਦੇ ਸੁਪਰੀਮ ਕੋਰਟਾਂ ਦੇ ਕੀ ਭਰੋਸਾ ਕਰੀਏ? ਤਾਂ ਹੁਣ ਅਸੀਂ ਇੱਥੇ ਰਹਿ ਰਹੇ ਹਾਂ ਤੇ ਇਹਦੇ ਵਿੱਚ ਦੀ ਲੰਘਣਾ ਹੀ ਪੈਣਾ। ਤਾਂ ਹੁਣ ਜਿੰਨਾ ਚਿਰ ਵੱਖਰੀ ਸਟੇਟ ਹੁੰਦੀ ਉਹਨਾਂ ਚਿਰ ਤੇ ਫਿਰ ਇਹ ਚੀਜ਼ਾਂ, ਹੁਣ ਅਸੀਂ ਕਹੀਏ ਵੀ ਜਿਹੜੀ ਹਰੀ ਬੱਤੀ ਹੈ, ਇਹ 'ਚ ਲੰਘਣਾ ਹੀ ਨਹੀਂ ਹੈਗਾ, ਐਵੇਂ ਨਹੀਂ ਹੋਣਾ। ਜਦੋਂ ਸਾਡਾ ਰਾਜ ਹੋਊਗਾ ਫਿਰ ਅਸੀਂ ਆਪਣੇ ਹਿਸਾਬ ਨਾਲ ਬੱਤੀਆਂ ਵੀ ਚੇਂਜ ਕਰ ਲਾਂਗੇ, ਅਸੀਂ ਰੂਲ ਵੀ ਚੇਂਜ ਕਰ ਲਾਂਗੇ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਹਿਲਾਂ ਹੰਢਾਏ ਇਹ ਲੋਕਾਂ ਨੇ, ਕੋਈ 2-4 ਸਾਲ ਦਾ ਰਾਜ ਥੋੜ੍ਹਾ ਆ। ਤਾਂ ਇਹ ਅਸੀਂ ਨਹੀਂ ਕਹਿੰਦੇ ਵੀ ਉਹ ਬਹੁਤ ਵਧੀਆ ਸੀ, ਪੂਰੀ ਦੁਨੀਆ ਦੇ ਵਿੱਚ ਉਹਨੂੰ ਮੰਨਿਆ ਗਿਆ ਕਿ ਉਹ ਸਭ ਤੋਂ ਬੈਸਟ ਸੀਗਾ। ਫਿਰ ਇੱਕ ਗੱਲ ਸੱਚ ਹੋਰ ਜਿਹੜੀ ਭਾਈ ਤਾਰੇ ਹੋਣਾ ਨੇ ਕਹੀ ਹੈ ਵੀ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ। ਸਾਡੇ ਮਹਾਰਾਜੇ ਨੂੰ ਬ੍ਰਿਟਿਸ਼ ਜਿਹੜੀ ਗੌਰਮੈਂਟ ਸੀ ਇੰਗਲੈਂਡ, ਉਹਨਾਂ ਨੇ ਧੱਕੇ ਨਾਲ, ਧੋਖੇ ਨਾਲ ਸਾਡਾ ਰਾਜ ਜਿਹੜਾ ਹੈ, ਅਸੀਂ ਪਾਤਸ਼ਾਹੀ ਦਾਅਵੇਦਾਰ ਹਾਂ, ਸਾਡੀ ਉਹ ਗੱਲ ਜਿਹੜੀ ਆ ਉਹ ਵੀ ਕੀਤੀ ਜਾਵੇ ਜੀ।